ਸਾਹਿਬ ਜੀ। ਰਾਗ ਸੋਰਠ। ਵਾਰ ਮਹੱਲੇ ਚੌਥੇ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪਹਿਲਾ। ਸੋਰਠ ਸਦਾ ਸੁਹਾਵਣੀ, ਜੇ ਸੱਚਾ ਮਨ ਹੋਏ। ਦੰਦੀ ਮੈਲ ਨਾ ਕਤ ਮਨ, ਜੀਭੈ ਸੱਚਾ ਸੋਇ। ਸਸੁਰੈ ਪਈਐ ਭੈ ਵਸੀ, ਸਤਿਗੁਰ ਸੇਵ ਨਿਸੰਗ। ਪਰ ਹਰ ਕੱਪੜ ਜੇ ਫਿਰ ਮਿਲੈ, ਖੁਸ਼ੀ ਰਾਵੈ ਫਿਰ ਸੰਗ। ਸਦਾ ਸਿਗਾਰੀ ਨਾਉ ਮਨ, ਕਦੇ ਨਾ ਮੈਲ ਪਤੰਗ। ਦੇਵਰ ਜੇਠ ਮੋਏ ਦੁਖ, ਸੱਸੂ ਕਾ ਡਰ ਕਿਸ। ਜੇ ਫਿਰ ਭਾਵੈ ਨਾਨਕਾ, ਕਰਮ ਮਣੀ ਸਭ ਸੱਚ। ਸੋਰਠ ਸਦਾ ਸੁਹਾਵਣੀ, ਜੇ ਸੱਚਾ ਮਨ ਹੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦਿਆਂ ਹੋਇਆਂ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਯਤਨ ਉਪਰਾਲੇ ਕਰ ਰਹੇ ਹਾਂ। ਜਿਸ ਪ੍ਰਕਾਰ ਸਤਿਗੁਰਾਂ ਦੀ ਅਪਾਰ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਸੇਵਾ ਹੋਈ ਹੈ, ਉਪਰੰਤ ਨਿਤਨੇਮ ਬਾਣੀ ਦੇ ਪਾਠ ਜਾਪ ਗੁਰੂ ਘਰ ਦੇ ਵਜ਼ੀਰ ਸਾਹਿਬ ਗ੍ਰੰਥੀ ਸਿੰਘ ਸਾਹਿਬਾਨ ਜੀ ਵੱਲੋਂ ਪੜ੍ਹੇ ਸੁਣੇ ਗਏ ਹਨ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਕਥਾ ਚੱਲ ਰਹੀ ਹੈ।
ਪਿੱਛੇ ਆਪਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀਆਂ ਉਚਾਰਨ ਕੀਤੀਆਂ ਹੋਈਆਂ ਅਸ਼ਟਪਦੀਆਂ ਉਹਨਾਂ ਦੀ ਵਿਚਾਰ ਸੰਪੂਰਨ ਹੋਈ ਹੈ। ਅੱਗੇ ਹੁਣ ਸੋਰਠ ਰਾਗ ਦੇ ਅੰਦਰ ਜੋ ਸੋਰਠ ਦੀ ਵਾਰ ਹੈ ਉਸ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਵਾਰਾਂ ਦੀ ਗਿਣਤੀ 22 ਕਰਕੇ ਆਉਂਦੀ ਹੈ। 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਦਰਜ ਹਨ। ਇਹਨਾਂ 22 ਵਾਰਾਂ ਦੇ ਅੰਦਰ 9 ਧੁਨੀਆਂ ਹਨ। 9 ਵਾਰਾਂ ਦੇ ਉੱਤੇ 9 ਧੁਨੀਆਂ ਜੋ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚੜ੍ਹਾਈਆਂ ਹਨ। ਜਿਸ ਸਮੇਂ ਸਤਿਗੁਰਾਂ ਨੇ ਢਾਡੀ ਕਲਾ ਨੂੰ ਗੁਰਮਤਿ ਦੇ ਅੰਦਰ ਪ੍ਰਵੇਸ਼ ਕੀਤਾ ਤੇ ਜਸਮਈ ਵਾਰਾਂ, ਵੀਰ ਰਸੀ ਵਾਰਾਂ, ਯੋਧਿਆਂ ਦੀਆਂ ਵਾਰਾਂ, ਜੰਗਾਂ ਯੁੱਧਾਂ ਦੀਆਂ ਵਾਰਾਂ ਸਤਿਗੁਰਾਂ ਨੇ ਢਾਡੀ ਰੱਖ ਕੇ ਭਾਈ ਨੱਥਾ ਤੇ ਭਾਈ ਅਬਦੁੱਲਾ ਜਿਨ੍ਹਾਂ ਨੇ ਵਾਰਾਂ ਦੁਆਰਾ ਸਿੱਖਾਂ ਦੇ ਅੰਦਰ ਜੋਸ਼ ਤੇ ਵੀਰ ਰਸ ਨੂੰ ਪੈਦਾ ਕੀਤਾ, ਉਸ ਸਮੇਂ ਸਤਿਗੁਰਾਂ ਨੇ ਇਹ 9 ਧੁਨੀਆਂ ਜਿਹੜੀਆਂ ਸਨ ਜੋ 9 ਵਾਰਾਂ ਦੇ ਉੱਤੇ ਆਉਂਦੀਆਂ, ਜਿਵੇਂ ਆਸਾ ਦੀ ਵਾਰ ਦੇ ਅੰਦਰ ਜਦੋਂ ਆਪਾਂ ਪੜ੍ਹਦੇ ਹਾਂ ਜਾਂ ਕੀਰਤਨ ਸਰਵਣ ਕਰਦੇ ਹਾਂ ਉੱਥੇ ਪਹਿਲਾਂ ਧੁਨੀ ਦਾ ਨਾਮ ਆਉਂਦਾ ਟੁੰਡੇ ਅਸਰਾਜੈ ਕੀ ਧੁਨੀ। ਵਾਰ ਤੋਂ ਭਾਵ ਕੀ ਹੈ? ਵਾਰ ਤੋਂ ਭਾਵ ਹੈ 2 ਸੂਰਮਿਆਂ ਦਾ ਮੁਕਾਬਲਾ। 2 ਯੋਧੇ ਲੜਦੇ ਹੈ, 2 ਸੂਰਮੇ ਲੜਦੇ ਹੈ, 2 ਫੌਜਾਂ ਲੜਦੀਆਂ। ਉਹਨਾਂ ਦੇ ਵੀਰ ਰਸੀ ਕਿਰਿਆ ਨੂੰ ਵੇਖ ਕੇ ਕੁਝ ਅੱਖਰ ਜਿਹੜੇ ਹੈ ਉਹ ਲਿਖੇ ਜਾਂਦੇ ਹੈ, ਜਿਨ੍ਹਾਂ ਅੱਖਰਾਂ ਦੇ ਅੰਦਰ ਵੀਰ ਰਸ ਹੁੰਦਾ ਉਸ ਨੂੰ ਵਾਰ ਆਖਿਆ ਜਾਂਦਾ। ਜਿਵੇਂ ਆਪਾਂ ਢਾਡੀ ਸਿੰਘਾਂ ਦੇ ਪਾਸੋਂ ਬਾਬਾ ਦੀਪ ਸਿੰਘ ਜੀ ਦੀ ਵਾਰ ਸੁਣਦੇ ਹਾਂ, ਇਸੇ ਪ੍ਰਕਾਰ ਹੀ ਹਰੀ ਸਿੰਘ ਨਲੂਏ ਦੀ ਵਾਰ ਸੁਣਦੇ ਹਾਂ। ਇਸੇ ਪ੍ਰਕਾਰ ਹੀ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੀ ਵਾਰ ਸੁਣਦੇ ਹਾਂ ਕਿ ਜਿਨ੍ਹਾਂ ਨੇ ਜੰਗ ਯੁੱਧ ਕਰਕੇ ਸੂਰਮਿਆਂ ਵਾਲੇ ਕਰਤੱਵ ਕਰਕੇ ਧਰਮ ਦੀ ਖਾਤਰ ਜ਼ਿੰਦਗੀਆਂ ਕੁਰਬਾਨ ਕੀਤੀਆਂ। ਸੋ ਵਾਰ ਤੋਂ ਭਾਵ ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਵਾਰ ਜਿਹੜੀ ਹੈ ਇਹ ਪਿੰਗਲ ਦੇ ਮੁਤਾਬਕ ਜਿਹੜਾ ਛੰਦ ਸ਼ਾਸਤਰ ਹੈ, ਛੰਦਾਬੰਦੀ ਦੀ ਰਚਨਾ ਹੈ, ਉਹਦੇ ਅੰਦਰ ਆਉਂਦੀ ਹੈ। ਜਿਵੇਂ ਦੋਹਰੇ ਆਉਂਦੇ ਹੈ, ਕਬਿੱਤ ਆਉਂਦੇ ਹੈ, ਸੋਰਠੇ ਆਉਂਦੇ ਹੈ, ਚੌਪਈ ਆਉਂਦੀ ਹੈ, ਇਸੇ ਤਰ੍ਹਾਂ ਹੀ ਵਾਰ ਆਉਂਦੀ ਹੈ। ਜਿਵੇਂ ਆਪਾਂ ਅਰਦਾਸ ਜਦੋਂ ਕਰਦੇ ਹਾਂ ਤੇ ਅਰਦਾਸ ਦੇ ਅੰਦਰ ਸਭ ਤੋਂ ਪਹਿਲਾਂ ਪੌੜੀ ਪੜ੍ਹੀ ਜਾਂਦੀ ਹੈ ਵਾਰ ਸ੍ਰੀ ਭਗਉਤੀ ਜੀ ਕੀ, ਕਿ ਜੋ ਖਟ ਭਗਾਂ ਸੰਪੰਨ ਭਗਉਤੀ ਅਕਾਲ ਪੁਰਖ ਪਰਮੇਸ਼ਰ ਹੈ। ਭਗਉਤੀ ਦਾ ਅਰਥ ਹੈ ਜੋ 6 ਤਰ੍ਹਾਂ ਦੇ ਗੁਣਾਂ ਦੇ ਸਹਿਤ ਹੈ, ਉਸ ਨੂੰ ਭਗਉਤੀ ਆਖਿਆ ਜਾਂਦਾ। ਉਹ ਅਕਾਲ ਪੁਰਖ ਪਰਮੇਸ਼ਰ, ਉਹਦੇ ਜਸ ਦੀ ਜਿਹੜੀ ਵਾਰ ਹੈ ਉਹ ਆਪਾਂ ਪਹਿਲਾਂ ਪੌੜੀ ਪੜ੍ਹਦੇ ਹਾਂ। ਇਹ ਪਾਵਨ ਪਵਿੱਤਰ ਰਚਨਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਦੀ ਰਚਨਾ 10ਵੇਂ ਗੁਰੂ ਗ੍ਰੰਥ ਦੇ ਅੰਦਰ ਕੀਤੀ ਹੈ।
इस प्रकार सिखां दे अंदर खालसे पंथ दे अंदर वीर रस नूं पैदा करन वास्ते सो इत्थे सोरठ राग दे अंदर जो वार है वो प्रारंभ हुंदी है। धन श्री गुरु अर्जन देव महाराज सच्चे पातशाह जी ने जिस समय भाई गुरदास साहिब जी नूं लखारी ला के बाणी लिखवाई ਅੰਮ੍ਰਿਤਸਰ ਸਾਹਿਬ, उस समय सतगुरां ने ये सारी तरतीब दिती है। पहला पोथियां दे अंदर पौड़ियां जिहड़ियां सन वो एक जगह ते सन, सलोक एक जगह ते, महल्ले एक जगह ते। फिर श्री गुरु अर्जन देव महाराज जी ने सलोकां अते महल्लियां दा, जिन्हां सलोकां ते महल्लियां दे अंदर उपदेश मिलदा सी, साझा उपदेश सीगा, उन्हां नूं एक जगह इकट्ठियां करके ते नाल पौड़ी दा उचारण करके श्री गुरु अर्जन देव महाराज जी ने फिर 22 वारां दी रचना कीती सी। इसे प्रकार ही फिर सलोकां ते महल्लियां दे नाल जिन्नियां पौड़ियां लिखियां गईयां ते जिहड़े सलोक पौड़ियां तो बाद दे अंदर रह गए, वो जदों आपां पावन श्री गुरु ग्रंथ साहिब महाराज जी की बाणी पढ़ते जाने हैं, जिथे जाके राग संपूर्ण हो जाते हैं। राग जैजावंती अखीरला राग है, श्री गुरु तेग बहादुर महाराज जी का उचारण किया होया 31वां राग। जदों उस राग की संपूर्णता होंदी है, उस तो बाद फिर इसे प्रकार ही सहस्कृति बाणी पुनः चौबोले भगत कबीर ते फरीद साहिब जी के श्लोक, इसे प्रकार ही फिर भट्ट साहिबाना की रचना सवैये। उस तो बाद बाणी आरंभ होंदी है श्लोक वारां ते वधीक, कि जिहड़े श्लोक वारां तो वधीक वध के सन, जिहड़े श्लोक 22 वारां दे अंदर नहीं दर्ज होए, वो फिर सतगुरां ने अखीर ते जाके इस बाणी दे सरलेख हेठ वो श्लोक अंकित कीते है। इस प्रकार श्री गुरु अर्जन देव महाराज जी ने ये सारी संपादना आप अपने हथीं करवाई है। सो इत्थे सोरठ दी वार प्रारंभ हो रही है। सतगुरु जी जिस प्रकार इस पावन पवित्र वार दे अंदर आपां नूं उपदेश बख्शिश कर रहे हैं, मन बिरतियां नूं एकाग्र करके आपां सरवण करन दे यतन करिए। सारी संगत एक वारी उचारण करो जी। सतनाम श्री वाहिगुरु साहिब जी। वाहिगुरु साहिब जी। राग सोरठ वार महल्ले चौथे की। एक ओंकार सतगुर प्रसाद। सोरठ राग दे अंदर, राग माला दे अंदर सोरठ नूं रागणी करके मन्निया है। मेघ राग दी रागणी करके दा जिक्र आउंदा है, पर सतगुरां ने राग ते रागणियां दे अंदर कोई भेद नहीं रखिया। इत्थे सतगुरां ने राग सोरठ लिख दिता। सोरठ राग दे अंदर वार, वार दा अर्थ हुंदा पौड़ियां, जो जस रूप पौड़ियां हन महल्ले चौथे की। चौथे पातशाह श्री गुरु रामदास महाराज जी दियां उचारण कीतियां होईयां पौड़ियां। जदों भी वार की आरंभता हुंदी है, इत्थे जिवें हुण वार महल्ले चौथे की ये शब्द आए है। जदों बाणी आरंभ हो रही है, उत्थे आ रहा है श्लोक महला पहला। पहले पातशाह श्री गुरु नानक देव महाराज जी का श्लोक आरंभ हुंदा।
तो ਇਹਦਾ ਭਾਵ ਇਹ ਹੈ ਕਿ ਇਸ ਵਾਰ ਦੇ ਅੰਦਰ ਜਿੰਨੀਆਂ ਵੀ ਪੌੜੀਆਂ ਆਉਣਗੀਆਂ ਉਹ ਸਾਰੀਆਂ ਹੀ ਪੌੜੀਆਂ ਵਾਰ ਮਹੱਲੇ ਚੌਥੇ ਕੀ। ਇਹਨਾਂ ਅੱਖਰਾਂ ਤੋਂ ਸੰਕੇਤ ਹੈ ਕਿ ਸਾਰੀਆਂ ਪੌੜੀਆਂ ਹੀ ਸ੍ਰੀ ਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਹਨ। ਅਤੇ ਜਿੱਥੇ ਸ਼ਲੋਕ ਅਤੇ ਮਹੱਲੇ ਆਉਣਗੇ ਉੱਥੇ ਸਤਿਗੁਰਾਂ ਨੇ ਨਾਲ ਲਿਖ ਕੇ ਕਿ ਸ਼ਲੋਕ ਮਹੱਲਾ ਪਹਿਲਾ ਜਾਂ ਮਹੱਲਾ ਤੀਜਾ, ਪੌੜੀਆਂ ਸਾਰੀਆਂ ਉਹ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ। ਕਈ ਵਾਰਾਂ ਦੇ ਅੰਦਰ ਸਾਰੀ ਬਾਣੀ ਹੀ ਇੱਕੇ ਪਾਤਸ਼ਾਹ ਦੀ ਹੈ ਅਤੇ ਕਈ ਵਾਰਾਂ ਦੇ ਅੰਦਰ ਸ਼ਲੋਕ ਪਹਿਲੇ ਪਾਤਸ਼ਾਹ ਦੇ, ਮਹੱਲੇ ਤੀਸਰੇ ਪਾਤਸ਼ਾਹ ਦੇ, ਪੌੜੀਆਂ ਚੌਥੇ ਪਾਤਸ਼ਾਹ ਦੀਆਂ ਹਨ। ਜਿਵੇਂ ਜੈਤਸਰੀ ਵਾਰ ਦੇ ਅੰਦਰ ਸਾਰੀਆਂ ਹੀ ਸ਼ਲੋਕ ਅਤੇ ਪੌੜੀਆਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ। ਤੋ ਇਹਦਾ ਭਾਵ ਇਹ ਹੈ ਕਿ ਵਾਰ ਮਹੱਲੇ ਚੌਥੇ ਕੀ, ਕਿ ਇਸ ਵਾਰ ਦੇ ਅੰਦਰ ਜਿੰਨੀਆਂ ਵੀ ਪੌੜੀਆਂ ਹਨ ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹਨ। ਅੱਗੇ ਸਤਿਗੁਰਾਂ ਨੇ ਮੰਗਲ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਕਹਿੰਦੇ ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਜਿਹੜਾ ਪਰਮਾਤਮਾ ਅਕਾਲ ਪੁਰਖ ਇੱਕ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਓਅੰਕਾਰ ਫਿਰ ਇੱਕ ਹੁੰਦਾ ਹੋਇਆ ਜਿਹੜਾ ਓਅੰਕਾਰ ਸਭ ਦਾ ਪ੍ਰਕਾਸ਼ਕ ਹੈ, ਸਭ ਥਾਵਾਂ 'ਤੇ ਉਹਦੀ ਹੋਂਦ, ਉਹਦੀ ਹਸਤੀ ਮੌਜੂਦ ਹੈ। ਕਣ ਕਣ ਦੇ ਅੰਦਰ ਉਸੇ ਦੀ ਹੀ ਜਿਹੜੀ ਸ਼ਕਤੀ ਹੈ ਉਹ ਵਰਤ ਰਹੀ ਹੈ, ਉਸੇ ਦੀ ਕਲਾ ਜਿਹੜੀ ਉਹ ਵਰਤ ਰਹੀ ਹੈ। ਸਤਿਗੁਰ ਪ੍ਰਸਾਦ, ਐਸੇ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਹੁੰਦੀ। ਜਦੋਂ ਸਤਿਗੁਰੂ ਦੀ ਕਿਰਪਾ ਸਿੱਖ ਦੇ ਉੱਤੇ, ਜੀਵ ਦੇ ਉੱਤੇ ਹੁੰਦੀ ਹੈ, ਫਿਰ ਐਸੇ ਪਰਿਪੂਰਨ ਪਰਮਾਤਮਾ ਪਰਮੇਸ਼ਰ ਜੋ ਸਭ ਥਾਵਾਂ 'ਤੇ ਵਿਆਪਕ ਹੈ, ਉਹਦੀ ਜੀਵ ਨੂੰ ਪ੍ਰਾਪਤੀ ਹੁੰਦੀ ਹੈ। ਅੱਗੇ ਸਤਿਗੁਰੂ ਜੀ ਬਾਣੀ ਆਰੰਭ ਕਰਦੇ ਹਨ। ਸ਼ਲੋਕ ਮਹੱਲਾ ਪਹਿਲਾ, ਸੋਰਠ ਸਦਾ ਸੁਹਾਵਣੀ, ਜੇ ਸੱਚਾ ਮਨ ਹੋਇ। ਸ਼ਲੋਕ ਮਹੱਲਾ ਪਹਿਲਾ, ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਜੋ ਸ਼ਲੋਕ ਹੈ, ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਸਤਿਗੁਰੂ ਜੀ ਬਚਨ ਕਰਦੇ ਹਨ, ਸੋਰਠ ਰਾਗ ਜਿਹੜਾ ਹੈ ਜਾਂ ਰਾਗਣੀ ਜਿਹੜੀ ਮੰਨੀ ਹੈ, ਤਾਮ ਸੁਹਾਵਣੀ। ਸਤਿਗੁਰੂ ਜੀ ਕਹਿੰਦੇ ਇਹ ਸਦਾ ਹੀ ਸੁਹਾਵਣੀ, ਸੋਭਨੀਕ ਬਣ ਜਾਂਦੀ ਹੈ। ਸੰਗੀਤ ਨੂੰ, ਕੀਰਤਨ ਨੂੰ, ਰਾਗ ਨੂੰ ਜਦੋਂ ਆਪਾਂ ਗਾਇਨ ਕਰਦੇ ਹਾਂ, ਜਦੋਂ ਰਾਗ ਆਪਣੇ ਨਿਯਮਾਂ ਦੇ ਅੰਦਰ ਗਾਇਆ ਜਾਵੇ, ਜਿਹੜੇ ਨਿਯਮ ਰਾਗ ਦੇ ਮੰਨੇ ਆ, ਉਹਨਾਂ ਰਾਗਾਂ ਦੇ ਨਿਯਮਾਂ ਅਨੁਸਾਰ ਅਤੇ ਰਾਗ ਦਾ ਜਿਹੜਾ ਸਮਾਂ ਹੈ, ਜਿਸ ਸਮੇਂ ਦਾ ਰਾਗ ਹੈ ਉਸ ਸਮੇਂ ਦੇ ਅੰਦਰ ਗਾਇਨ ਕੀਤਾ ਜਾਵੇ ਅਤੇ ਸਤਿਗੁਰੂ ਜੀ ਕਹਿੰਦੇ ਫਿਰ ਸੁਹਾਵਣੀ ਬੜਾ ਸੋਭਨੀਕ ਬਣਦਾ। ਜੇ ਸੱਚਾ ਮਨ ਹੋਏ, ਨਾਲ ਹੀ ਸਤਿਗੁਰੂ ਜੀ ਕਹਿੰਦੇ ਫਿਰ ਜੇ ਮਨ ਜਿਹੜਾ ਉਹ ਵੀ ਸੱਚੇ ਨਾਮ ਦੇ ਵਾਲਾ ਹੋਵੇ, ਜੇ ਮਨ ਦੇ ਵਿੱਚ ਵੀ ਸੱਚੇ ਪਰਮੇਸ਼ਰ ਦਾ ਨਾਮ ਵਸਦਾ ਹੋਵੇ, ਮਨ ਕਰਕੇ ਵੀ ਗੁਰੂ ਕੇ ਸ਼ਬਦ ਦਾ, ਨਾਮ ਦਾ ਪ੍ਰੇਮੀ ਅਤੇ ਅਭਿਆਸੀ ਹੋਵੇ, ਹਿਰਦੇ ਕਰਕੇ ਵੀ ਅੰਦਰ ਦਿਲੀ ਪ੍ਰੇਮ ਹੋਵੇ ਨਾਮ ਪ੍ਰਤੀ, ਪਰਮੇਸ਼ਰ ਪ੍ਰਤੀ, ਅਤੇ ਨਾਲ ਉਹ ਫਿਰ ਉਹ ਕੀਰਤਨ ਅਤੇ ਸੰਗੀਤ ਜਿਹੜਾ ਉਸ ਨੂੰ ਨਿਯਮਾਂ ਅਨੁਸਾਰ ਗਾਇਨ ਕਰੇ। ਸਤਿਗੁਰੂ ਜੀ ਕਹਿੰਦੇ ਮਨ ਅਤੇ ਤਨ, ਸਾਰਾ ਵਾਤਾਵਰਨ ਉਹ ਜਿਹੜਾ ਸੋਭਨੀਕ ਸੁੰਦਰ ਬਣ ਜਾਂਦਾ ਹੈ। ਦੰਦੀ ਮੈਲ ਨ ਕਤ ਮਨ, ਜੀਭੈ ਸੱਚਾ ਸੋਏ। ਸਤਿਗੁਰੂ ਜੀ ਕਹਿੰਦੇ ਫਿਰ ਦੰਦੀ ਮੈਲ ਨ ਕਤ ਮਨ, ਜਿਹੜੇ ਦੰਦ ਹਨ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਮੈਲ ਜਿਹੜੀ ਹੈ ਕਤ ਰੱਤੀ ਮਾਤਰ ਵੀ ਨਹੀਂ ਹੁੰਦੀ। ਜੀਭੈ ਸੱਚਾ ਸੋਏ, ਜਿਸ ਦੀ ਜ਼ੁਬਾਨ 'ਤੇ ਸੱਚੇ ਪਰਮੇਸ਼ਰ ਦਾ ਨਾਮ ਵਸਦਾ ਹੈ।
ਦੰਦਾਂ ਦੇ ਅੰਦਰ ਮੈਲ ਕੀ ਹੈ ਕਿ ਝੂਠ ਬੋਲਿਆ ਜਾਂਦਾ। ਇਸੇ ਪ੍ਰਕਾਰ ਹੀ ਝੂਠ ਤੇ ਝੂਠ, ਇਹ ਦੋ ਜਿਹੜੀਆਂ ਚੀਜ਼ਾਂ ਹਨ, ਇਹਨਾਂ ਨੂੰ ਵਰਤ ਕੇ ਜਿਹੜੀ ਮੈਲ ਹੈ ਉਹਦੇ ਦੁਆਰਾ ਸਾਡਾ ਮੁੱਖ ਜਿਹੜਾ ਉਹ ਮੈਲਾ ਹੁੰਦਾ। ਤਾਂ ਸਤਿਗੁਰੂ ਜੀ ਕਹਿੰਦੇ ਦੰਦੀ ਮੈਲ ਨਾ ਕਤ ਮਨ ਜੀਭੈ ਸੱਚਾ ਸੋਏ। ਉਹਨਾਂ ਦੇ ਮਨ ਦੇ ਅੰਦਰ ਵੀ ਮੁੱਖ ਦੇ ਅੰਦਰ ਵੀ ਕਿਸੇ ਪ੍ਰਕਾਰ ਦੀ ਜਿਹੜੀ ਮੈਲ ਹੈ ਉਹ ਨਹੀਂ ਹੁੰਦੀ। ਕਤ ਦਾ ਅਰਥ ਹੈ ਰੱਤੀ ਮਾਤਰ ਵੀ, ਥੋੜ੍ਹੀ ਜਿਹੀ ਵੀ। ਉਹਨਾਂ ਦੇ ਮਨ ਤੇ ਮੁੱਖ ਦੇ ਅੰਦਰ ਕਿਸੇ ਪ੍ਰਕਾਰ ਦੀ ਮੈਲ ਨਹੀਂ ਹੁੰਦੀ। ਜੀਭੈ ਸੱਚਾ ਸੋਏ, ਜਿਹੜੇ ਜ਼ੁਬਾਨ ਦੇ ਨਾਲ ਸੱਚੇ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਕੋਈ ਛਲ ਨਹੀਂ ਹੈ, ਕਿਉਂਕਿ ਜ਼ੁਬਾਨ ਦੁਆਰਾ ਕਹੇ ਹੋਏ ਲਫ਼ਜ਼ਾਂ ਦੇ ਅੰਦਰ ਕੁਝ ਹੋਰ ਹੋਣਾ, ਮਨ ਦੇ ਅੰਦਰ ਜਿਹੜੀ ਵਿਚਾਰ ਹੈ ਕੁਝ ਹੋਰ ਹੋਣੀ, ਉਹ ਛਲ ਹੁੰਦਾ, ਉਹ ਫਰੇਬ ਹੁੰਦਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ। ਸਤਿਗੁਰੂ ਜੀ ਕਹਿੰਦੇ ਮਨ ਤੇ ਮੁਖ, ਇਹਨਾਂ ਦੋਹਾਂ ਦੇ ਵਿੱਚ ਜਿਹਦੀ ਏਕਤਾ ਹੈ, ਮਨ ਸਾਚਾ ਮੁਖ ਸਾਚਾ ਸੋਏ। ਮਨ ਤੇ ਮੁਖ ਦੋਹੇ ਜਿਹਦੇ ਸੱਚੇ ਤੇ ਉਜਲੇ ਹਨ, ਉਹਦੇ ਜੀਵਨ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਰੱਤੀ ਮਾਤਰ ਵੀ ਜਿਹੜੀ ਮੈਲ ਹੈ ਵਿਕਾਰਾਂ ਦੀ ਔਗਣਾਂ ਦੀ, ਇਹ ਨਹੀਂ ਰਹਿੰਦੀ, ਖਤਮ ਹੋ ਜਾਂਦੀ ਹੈ। ਸਸੁਰੈ ਪਈਐ ਭੈ ਵਸੀ ਸਤਿਗੁਰ ਸੇਵ ਨਿਸੰਗ। ਸਤਿਗੁਰੂ ਜੀ ਕਹਿੰਦੇ ਹਨ ਜਿਵੇਂ ਇੱਕ ਔਰਤ ਸਹੁਰੇ ਤੇ ਪੇਕੇ ਘਰ ਦੇ ਅੰਦਰ ਵਸਦੀ ਹੈ, ਉਹ ਕਿਵੇਂ ਵਸਦੀ ਹੈ? ਉਹ ਆਪਣੇ ਪਤੀ ਦੀ ਸੇਵਾ ਦੇ ਵਿੱਚ ਰਹਿ ਕੇ, ਉਹਦੀ ਆਗਿਆ ਦੇ ਵਿੱਚ ਰਹਿ ਕੇ, ਸਮਾਜ ਦੇ ਜਿਹੜੇ ਨਿਯਮ ਹਨ ਉਹਨਾਂ ਦੇ ਵਿੱਚ ਰਹਿ ਕੇ, ਧਰਮ ਦੀ ਜਿਹੜੀ ਰੀਤੀ ਮਰਿਆਦਾ ਉਹਦੇ ਵਿੱਚ ਰਹਿ ਕੇ, ਉਹ ਦੋਹੇ ਥਾਵਾਂ 'ਤੇ ਸੁਖੀ ਵਸਦੀ ਹੈ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਜਿਹੜੇ ਨਿਸੰਗ ਹੋ ਕੇ, ਭਾਵ ਕਿ ਬਿਨਾਂ ਵਹਿਮ ਭਰਮ ਤੋਂ, ਬਿਨਾਂ ਡਰ ਤੋਂ, ਜਾਂ ਇਹ ਸੰਸਾਰ ਦੀ ਜਿਹੜੀ ਈਨ ਕਨੌੜ ਹੈ ਇਹਨੂੰ ਛੱਡ ਕੇ ਸਤਿਗੁਰੂ ਦੀ ਸੇਵਾ ਕਰਦੇ। ਕਿਉਂਕਿ ਸੇਵਾ ਜਿਹੜੀ ਹੈ ਉਹ ਮਾਣ ਛੱਡ ਕੇ ਹੁੰਦੀ ਹੈ, ਆਪਣੀ ਹੋਂਦ ਨੂੰ ਛੱਡ ਕੇ ਹੁੰਦੀ ਹੈ। ਜੋ ਕੁਝ ਸਾਡੇ ਕੋਲੇ ਰੁਤਬਾ ਹੁੰਦਾ ਉਹਨੂੰ ਭੁਲਾ ਕੇ ਸੇਵਾ ਹੁੰਦੀ ਹੈ। ਜਿਹੜੇ ਉਹ ਛੱਡ ਕੇ ਸੇਵਾ ਕਰਦੇ ਆ ਸਤਿਗੁਰੂ ਦੀ, ਉਹ ਸਤਿਗੁਰੂ ਜੀ ਕਹਿੰਦੇ ਸਸੁਰੈ ਪਈਐ ਭੈ ਵਸੀ। ਪੇਕਾ ਘਰ ਕੀ ਹੈ? ਇਹ ਜਿਹੜਾ ਮਾਤ ਲੋਕ ਹੈ, ਜਿੱਥੇ ਆਪਾਂ ਆਪਣੀ ਜ਼ਿੰਦਗੀ ਬਸਰ ਕਰ ਰਹੇ, ਇਹਨੂੰ ਪੇਕਾ ਘਰ ਮੰਨਿਆ। ਪਰ ਲੋਕ ਜਿਹੜਾ ਉਹ ਸਹੁਰੇ ਘਰ ਹੈ। ਜਿਵੇਂ ਸਤਿਗੁਰੂ ਜੀ ਬਚਨ ਕਰਦੇ ਹਨ, ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ। ਜਿਵੇਂ ਭਗਤ ਫਰੀਦ ਸਾਹਿਬ ਜੀ ਨੇ ਬਚਨ ਕੀਤੇ ਹਨ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਕਿ ਸਭ ਨੇ ਇਸ ਸੰਸਾਰ ਤੋਂ, ਇਹ ਪੇਕੇ ਘਰ ਨੂੰ ਛੱਡ ਕੇ ਪ੍ਰਲੋਕ 'ਚ ਜਾਣਾ। ਪਰ ਇਸ ਲੋਕ ਦੇ ਅੰਦਰ ਵੀ ਤੇ ਪ੍ਰਲੋਕ ਦੇ ਅੰਦਰ ਵੀ ਜਿਹੜੇ ਸੁਖੀ ਵਸ ਜਾਣ, ਉਹਨਾਂ ਵਾਸਤੇ ਕੀ ਹੈ ਕਿ ਭੈ ਦੇ ਵਿੱਚ ਰਹਿਣਾ, ਪਰਮੇਸ਼ਰ ਦੇ ਗੁਰੂ ਦੇ ਡਰ ਦੇ ਵਿੱਚ ਆਪਣਾ ਜੀਵਨ ਬਸਰ ਕਰਨਾ, ਰੱਬ ਤੋਂ ਡਰ ਕੇ, ਗੁਰੂ ਤੋਂ ਡਰ ਕੇ ਚੱਲਣਾ। ਉਹ ਸਤਿਗੁਰੂ ਜੀ ਕਹਿੰਦੇ ਫਿਰ ਸੇਵਾ ਕਰਦੇ ਹੋਏ ਦੋਹੇ ਲੋਕਾਂ ਦੇ ਅੰਦਰ ਸਹਿਤ ਖੁਸ਼ੀ ਦੇ ਵਸਦੇ ਹਨ। ਪਰ ਹਰ ਕੱਪੜ ਜੇ ਫਿਰ ਮਿਲੈ ਖੁਸ਼ੀ ਰਾਵੈ ਫਿਰ ਸੰਗ। ਸਤਿਗੁਰੂ ਜੀ ਕਹਿੰਦੇ ਜਿਵੇਂ ਇੱਕ ਇਸਤਰੀ ਆਪਣੇ ਪਤੀ ਦੀ ਖੁਸ਼ੀ ਵਾਸਤੇ ਉਹ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰਾਂ ਨੂੰ ਲਾਉਂਦੀ ਹੈ, ਤਰ੍ਹਾਂ ਤਰ੍ਹਾਂ ਦੇ ਹਾਰ ਸ਼ਿੰਗਾਰ ਵਰਤਦੀ ਹੈ, ਅਤੇ ਉਹ ਆਪਣੇ ਪਤੀ ਨੂੰ ਭਾਉਂਦੀ ਹੈ, ਖੁਸ਼ੀ ਰਾਵੈ, ਅਤੇ ਖੁਸ਼ੀ ਦੇ ਸਹਿਤ ਆਪਣੇ ਪਤੀ ਦੀ ਖੁਸ਼ੀ ਲੈ ਕੇ ਅਤੇ ਸੰਸਾਰ ਦੇ ਅੰਦਰ ਸੁੱਖ ਪਾਉਂਦੀ ਹੈ। ਇਸੇ ਪ੍ਰਕਾਰ ਹੀ ਪਰ ਹਰ ਕੱਪੜ ਜੇ ਪਿਰੈ। ਅਤੇ ਦੂਸਰੇ ਬੰਨੇ ਜਿਹੜੀ ਇਸਤਰੀ ਦੇ ਅੰਦਰ ਕੇਵਲ ਹਾਰ ਸ਼ਿੰਗਾਰ ਦਾ ਦਿਖਾਵਾ ਕਰੇ,
ਅੰਦਰੋਂ ਪਤੀ ਦਾ ਆਗਿਆ, ਉਹਦਾ ਹੁਕਮ, ਉਹਦੇ ਨਾਲ ਪ੍ਰੇਮ ਨਾ ਹੋਵੇ, ਕੇਵਲ ਹਾਰ ਸ਼ਿੰਗਾਰ ਦਾ ਹੀ ਦਿਖਾਵਾ ਹੋਵੇ, ਉਹਨੂੰ ਆਪਣੇ ਜੀਵਨ ਦੇ ਅੰਦਰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ, ਪਰ ਹਰ ਕੱਪੜ ਜੇ ਪਿਰ ਮਿਲੈ, ਕਿ ਜਦੋਂ ਪਰਮੇਸ਼ਰ ਦੀ ਬੰਦਗੀ, ਨਾਮ ਸਿਮਰਨ, ਅਰਾਧਨਾ ਕਰਨੀ ਹੈ, ਉਹਦੇ ਵਾਸਤੇ ਜਿਹੜਾ ਭੇਖ ਹੈ ਇਹਨੂੰ ਛੱਡਣਾ ਪੈਂਦਾ, ਇਹਦਾ ਮਾਣ, ਇਹਦਾ ਹੰਕਾਰ ਤਿਆਗਣਾ ਪੈਂਦਾ। ਪਰ ਹਰ ਕੱਪੜ, ਕੱਪੜ ਤੋਂ ਭਾਵ ਕੀ ਹੈ? ਕੱਪੜੇ, ਲਿਬਾਸ, ਵੇਸ਼ ਭੂਸ਼ਾ। ਇਹ ਜਿਹੜਾ ਭੇਖ ਹੈ ਇਸ ਨੂੰ ਤਿਆਗ ਕੇ, ਭਾਵ ਕਿ ਸਾਦਗੀ ਦੇ ਅੰਦਰ ਤੇ ਆਪਣੇ ਜੀਵਨ ਨੂੰ ਬਤੀਤ ਕਰਕੇ ਪਿਰ ਮਿਲੈ, ਫਿਰ ਉਹ ਪਤੀ ਪਰਮੇਸ਼ਰ ਵਾਹਿਗੁਰੂ ਜਿਹੜਾ ਉਹ ਮਿਲਦਾ ਹੈ, ਖੁਸ਼ੀ ਰਾਵੈ ਪਿਰ ਸੰਗ। ਫਿਰ ਉਹ ਪ੍ਰਭੂ ਪਰਮੇਸ਼ਰ ਜੋ ਸਭ ਦਾ ਪਤੀ ਮਾਲਕ ਹੈ, ਉਹਦੇ ਪ੍ਰੇਮ ਦੇ ਵਿੱਚ ਰੰਗਿਆ ਜਦੋਂ ਜਾਂਦਾ ਜੀਵ, ਫਿਰ ਖੁਸ਼ੀ ਜਿਹੜੀ ਹੈ, ਸੁੱਖ ਜਿਹੜਾ ਉਹਦੀ ਪ੍ਰਾਪਤੀ ਹੁੰਦੀ ਹੈ। ਸਦਾ ਸਿਗਾਰੀ ਨਾਉ ਮਨ, ਕਦੇ ਨਾ ਮੈਲ ਪਤੰਗ। ਸਤਿਗੁਰੂ ਜੀ ਕਹਿੰਦੇ ਫਿਰ ਉਹ ਆਪਣੇ ਜੀਵਨ ਦੇ ਅੰਦਰ ਨਾਮ ਦਾ ਸ਼ਿੰਗਾਰ ਕਰਦੇ, ਉਹ ਆਪਣੇ ਜੀਵਨ ਦੇ ਅੰਦਰ ਨਾਮ ਨੂੰ ਜਪਣਾ, ਨਾਮ ਨੂੰ ਸੁਣਨਾ, ਨਾਮ ਦੀ ਵਿਚਾਰ ਨੂੰ ਸੁਣਨਾ, ਗੁਰੂ ਕੀ ਪਾਵਨ ਬਾਣੀ ਨੂੰ ਪੜ੍ਹਨਾ, ਚੰਗੇ ਗੁਣ ਜਿਹੜੇ ਹੈ ਉਹਨਾਂ ਦਾ ਸ਼ਿੰਗਾਰ ਬਣਾਉਣਾ। ਸਤਿਗੁਰੂ ਜੀ ਕਹਿੰਦੇ ਜਿਹਨਾਂ ਦੇ ਮਨ ਦੇ ਅੰਦਰ ਉਹ ਨਾਮ ਦਾ ਸ਼ਿੰਗਾਰ ਵਸ ਗਿਆ, ਕਦੇ ਨਾ ਮੈਲ ਪਤੰਗ। ਫਿਰ ਉਹਨਾਂ ਦੇ ਮਨ ਦੇ ਅੰਦਰ ਜਿਹੜੀ ਮੈਲ ਹੈ, ਪਤੰਗ ਦਾ ਅਰਥ ਹੁੰਦਾ, ਵਿਦਵਾਨਾਂ ਨੇ ਪਤੰਗ ਦੇ ਅਰਥ ਕੀਤੇ ਹੈ ਕਿ ਜਿਹੜਾ ਪ੍ਰਤੇਕ ਅੰਗ 'ਤੇ, ਕਿ ਜਿੰਨੇ ਅੰਗ ਪ੍ਰਤੰਗ ਹੈ, ਕਿਸੇ 'ਤੇ ਵੀ ਕਿਸੇ ਔਗਣ ਦੀ ਮੈਲ ਨਹੀਂ ਰਹਿੰਦੀ। ਜਾਂ ਇਸੇ ਪ੍ਰਕਾਰ ਹੀ ਪਤੰਗ ਦਾ ਅਰਥ ਕੀਤਾ ਥੋੜ੍ਹਾ, ਰੱਤੀ ਮਾਤਰ ਵੀ ਮੈਲ ਜਿਹੜੀ ਹੈ ਉਹਨਾਂ ਦੇ ਮਨ ਦੇ ਵਿੱਚ ਨਹੀਂ ਰਹਿੰਦੀ, ਜਿਹੜੇ ਗੁਣਾਂ ਦਾ ਸ਼ਿੰਗਾਰ ਕਰਦੇ ਹੈ, ਜਿਹੜੇ ਪਰਮੇਸ਼ਰ ਦੇ ਨਾਮ ਦਾ, ਸੇਵਾ ਦਾ, ਸਿਮਰਨ ਦਾ, ਕੀਰਤਨ ਦਾ, ਭਜਨ ਦਾ, ਇਹਨੂੰ ਆਪਣੇ ਜੀਵਨ ਦੇ ਅੰਦਰ ਸ਼ਿੰਗਾਰ ਬਣਾਉਂਦੇ ਹੈ। ਕਿਉਂਕਿ ਇੱਕ ਸ਼ਿੰਗਾਰ ਉਹ ਹੈ ਜਿਹੜਾ ਤਨ ਨੂੰ ਸਵਾਰਦਾ, ਇੱਕ ਸ਼ਿੰਗਾਰ ਉਹ ਹੈ ਜਿਹੜਾ ਮਨ ਨੂੰ ਸਵਾਰਦਾ। ਇੱਕ ਤੇ ਸਥੂਲ ਸਰੀਰ ਹੈ, ਇਹਦੇ ਉੱਤੇ ਸਥੂਲ ਸ਼ਿੰਗਾਰ ਆਪਾਂ ਪਾਉਂਦੇ ਹਾਂ ਅਤੇ ਸਰੀਰ ਨੂੰ ਸੁੰਦਰ ਬਣਾਉਂਦਾ। ਇੱਕ ਹੈ ਸੂਖਮ ਮਨ, ਜਿਹੜਾ ਉਹ ਸੂਖਮ ਹੈ, ਦਿਸਦਾ ਨਹੀਂ, ਉਹਦੇ ਵਾਸਤੇ ਸ਼ਿੰਗਾਰ ਕੀ ਹੈ? ਨਾਮ ਦਾ, ਭਗਤੀ ਦਾ, ਸਿਮਰਨ ਦਾ, ਬਾਣੀ ਦਾ। ਉਹ ਸ਼ਿੰਗਾਰ ਕਰਕੇ ਸਾਡਾ ਮਨ ਜਿਹੜਾ ਉਹ ਸੋਹਣਾ ਅਤੇ ਸੁੰਦਰ ਬਣਦਾ, ਉਹਦੇ ਅੰਦਰ ਕੋਈ ਮੈਲ, ਜਿਵੇਂ ਤਨ 'ਤੇ ਸ਼ਿੰਗਾਰ ਜਦੋਂ ਆਪਾਂ ਕਰਦੇ ਹਾਂ ਅਤੇ ਤਨ 'ਤੇ ਕੋਈ ਮੈਲ ਨਹੀਂ ਰਹਿਣ ਦਿੰਦੇ, ਬੜੇ ਸਾਫ਼ ਪਾਣੀ ਦੇ ਨਾਲ ਸਾਬਣ ਲਾ ਲਾ ਕੇ, ਬੜਾ ਕੁਝ ਵਰਤ ਕੇ ਸਰੀਰ ਦੇ ਉੱਤੋਂ ਸਾਰੀ ਮੈਲ ਲਾਹੁੰਦੇ ਆ, ਫਿਰ ਸ਼ਿੰਗਾਰ ਕਰਦੇ ਨੇ। ਇਸੇ ਤਰ੍ਹਾਂ ਹੀ ਮਨ ਦੇ ਅੰਦਰੋਂ ਜਿਹੜੀ ਮੈਲ ਹੈ ਉਹ ਸਾਰੀ ਲਹਿ ਜਾਂਦੀ ਹੈ, ਫਿਰ ਮਨ ਦੇ ਉੱਤੇ ਨਾਮ ਦਾ ਸ਼ਿੰਗਾਰ ਜਿਹੜਾ ਉਹ ਸੋਭਨੀਕ ਬਣਦਾ ਹੈ। ਦੇਵਰ ਜੇਠ ਮੋਏ ਦੁੱਖ, ਸੱਸੂ ਕਾ ਡਰ ਕਿਸ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਬਚਨ ਕਰਦੇ ਹਨ ਕਿ ਜਿਵੇਂ ਦੇਵਰ ਛੋਟਾ ਅਤੇ ਜੇਠ ਵੱਡਾ ਹੁੰਦਾ, ਇਸੇ ਪ੍ਰਕਾਰ ਹੀ ਜਿਹੜਾ ਇੱਕ ਲੱਭ ਹੈ, ਇੱਕ ਲੋਭ ਹੈ। ਲੱਭ ਹੁੰਦਾ ਹੈ ਕਿਸੇ ਚੀਜ਼ ਨੂੰ ਭੋਗਣ ਦਾ, ਖਾਣ ਦਾ, ਪੀਣ ਦਾ। ਇਸੇ ਤਰ੍ਹਾਂ ਹੀ ਲੋਭ ਜਿਹੜਾ ਹੁੰਦਾ ਚੀਜ਼ਾਂ ਨੂੰ ਇਕੱਠੀਆਂ ਕਰਨ ਦਾ, ਉਹਨੂੰ ਜੇਠ ਮੰਨਿਆ, ਉਹ ਵੱਡਾ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਇਹ ਦੋਹੇ ਮਰ ਜਾਂਦੇ ਹੈ, ਲੱਭ ਅਤੇ ਲੋਭ, ਇਹ ਦੋਵੇਂ ਅੰਦਰੋਂ ਮਨ ਦੇ ਵਿੱਚੋਂ ਮਰ ਗਏ ਅਤੇ ਫਿਰ ਜਿਹੜਾ ਦੁੱਖ ਸੀ ਉਹ ਖਤਮ ਹੋ ਗਿਆ। ਸੱਸੂ ਕਾ ਡਰ ਕਿਸ। ਫਿਰ ਜਿਹੜੀ ਸੰਸ਼ੇ ਆਤਮਕ ਬਿਰਤੀ ਜਿਹੜੀ ਉਹ ਸੱਸ ਸੀ, ਜਿਵੇਂ ਆਮ ਇਹ ਸੱਸ ਅਤੇ ਨੂੰਹ ਦੀ ਗੱਲ ਜਦੋਂ ਚੱਲਦੀ ਹੈ ਅਤੇ ਉਹਦੇ ਅੰਦਰ ਕਿ ਸੱਸ ਦੇ ਅੰਦਰ ਇਹ ਸੁਭਾਅ ਹੁੰਦਾ ਵੀ ਉਹ ਨੂੰਹ ਦੀਆਂ ਕਮੀਆਂ ਵੇਖਣੀਆਂ, ਉਹਦੇ ਔਗਣ ਵੇਖਣੇ। ਸੰਸਾ ਹੁੰਦਾ ਉਹਦੇ ਅੰਦਰ, ਫਿਕਰ ਹੁੰਦਾ ਵੀ ਇਹ ਚੰਗੀ ਹੈ ਕਿ ਨਹੀਂ ਚੰਗੀ ਹੈ, ਕੰਮ ਆਉਂਦਾ ਹੈ ਕਿ ਨਹੀਂ ਆਉਂਦਾ ਹੈ। ਸੰਸਾ ਬਣਿਆ ਰਹਿੰਦਾ, ਦੁਬਿਧਾ ਬਣੀ ਰਹਿੰਦੀ ਹੈ।
ਤਾਂ ਸਤਿਗੁਰੂ ਜੀ ਕਹਿੰਦੇ ਜਿਹੜੀ ਸਾਡੇ ਅੰਦਰ ਦੁਬਿਧਾ ਵਾਲੀ ਬਿਰਤੀ ਹੈ, ਸੰਸ਼ਯਾਤਮਕ ਬਿਰਤੀ ਹੈ, ਸ਼ੰਕੇ ਵਾਲੀ ਜਿਹੜੀ ਬਿਰਤੀ ਹੈ, ਉਹਦਾ ਡਰ ਜਿਹੜਾ ਉਹ ਵੀ ਖਤਮ ਹੋ ਜਾਂਦਾ, ਉਹ ਵੀ ਨਾਸ ਹੋ ਜਾਂਦਾ। ਜਦੋਂ ਲੱਭ ਤੇ ਲੋਭ ਅੰਦਰੋਂ ਮਰ ਗਿਆ, ਇਹ ਦੋਵੇਂ ਔਗਣ ਮਨ ਦੇ ਵਿੱਚੋਂ ਖਤਮ ਹੋ ਗਏ, ਇਹਨਾਂ ਦਾ ਦੁੱਖ ਲਹਿ ਗਿਆ। ਫਿਰ ਜਿਹੜੇ ਸ਼ੰਕੇ ਸੀ, ਸੰਸ਼ੇ ਸੀ, ਉਹਨਾਂ ਦਾ ਡਰ ਵੀ ਖਤਮ ਹੋ ਗਿਆ। ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭ ਸੱਚ। ਸਤਿਗੁਰੂ ਜੀ ਕਹਿੰਦੇ ਜੇ ਉਹ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਭਾ ਜਾਵੇ, ਉਹ ਪਰਮੇਸ਼ਰ ਨੂੰ ਸਾਡੇ ਕਰਮ ਧਰਮ ਨਾਮ ਜਪਿਆ ਬੰਦਗੀ ਕੀਤੀ ਚੰਗੀ ਲੱਗ ਜਾਏ, ਉਹਦੇ ਦਰ 'ਤੇ ਪ੍ਰਵਾਨ ਹੋ ਜਾਏ, ਕਰਮ ਮਣੀ ਸਭ ਸੱਚ। ਸਤਿਗੁਰੂ ਜੀ ਕਹਿੰਦੇ ਫਿਰ ਸਾਡੇ ਮਸਤਕ ਦੇ ਅੰਦਰ ਜਿਹੜੇ ਸ਼ੁਭ ਕਰਮ ਹਨ, ਉਹਨਾਂ ਦੀ ਮਣੀ ਤੋਂ ਭਾਵ ਹੈ ਸ਼੍ਰੋਮਣੀ। ਸ਼੍ਰੋਮਣੀ ਕਰਮ ਜਿਹੜੇ ਹੈ ਉਹ ਸਭ ਸੱਚ, ਉਹ ਸਾਰੇ ਹੀ ਸੱਚੇ ਹੋ ਜਾਂਦੇ। ਮੱਥੇ ਦੇ ਕਰਮ ਸਾਡੇ ਜੋ ਅਸੀਂ ਪਿਛਲੇ ਜਨਮਾਂ ਜਨਮਾਂਤਰਾਂ ਦੇ ਅੰਦਰ ਕੀਤੇ ਹੈ, ਕਰਮ ਜਿਹੜੇ ਹੈ ਇਹ ਇੱਕ ਜਨਮ ਦੇ ਨਹੀਂ, ਕਈ ਜਨਮਾਂ ਦੇ ਹੁੰਦੇ। ਕਈ ਜਨਮਾਂ ਦੇ ਕਰਮ ਕਰ ਕਰਕੇ ਸੰਸਕਾਰ ਬਣਦੇ, ਉਹਨਾਂ ਸੰਸਕਾਰਾਂ ਦੁਆਰਾ ਸਾਡਾ ਜਨਮ ਹੈ। ਇਹਨਾਂ ਕਰਮਾਂ ਦੀ ਬਾਬਤ ਧਾਰਮਿਕ ਵਿਦਵਾਨਾਂ ਨੇ ਇਹਨਾਂ ਦੇ ਵੱਖੋ ਵੱਖਰੇ ਭੇਤ ਦੱਸੇ ਹਨ। ਸੰਚਿਤ ਕਰਮ, ਇਸੇ ਪ੍ਰਕਾਰ ਹੀ ਕਿਰੇਮਾਨ ਕਰਮ, ਫਿਰ ਪਰਾਲਬਧ ਕਰਮ। ਸੰਚਿਤ ਕਰਮ ਉਹ ਹੁੰਦੇ ਆ ਜਿਹੜੇ ਇਕੱਠੇ ਹੋਏ ਆ, ਸਾਡੇ ਪਿੱਛੇ ਕੀਤੇ ਹੋਏ, ਉਹ ਇਕੱਠੇ ਹੋ ਗਏ, ਸਾਰੇ ਸੰਚਿਤ ਹੋ ਗਏ। ਕਿਰੇਮਾਨ ਹੈ ਜਿਹੜੇ ਕੀਤੇ ਜਾ ਰਹੇ ਸਾਡੇ ਦੁਆਰਾ, ਅਸੀਂ ਕਰ ਰਹੇ ਹਾਂ। ਉਹ ਸੰਚਿਤ ਕਰਮ ਹੀ ਜਿਹੜੇ ਆ ਫਿਰ ਉਹ ਪਰਾਲਬਧ ਬਣ ਕੇ, ਜਿਹਨੂੰ ਆਪਾਂ ਕਰਮਾਂ ਦਾ ਫਲ ਕਹਿ ਦਿੰਦੇ, ਉਹ ਬਣ ਕੇ ਸਾਨੂੰ ਮਿਲਦਾ। ਅਤੇ ਜਿਹੜੇ ਕਰਮ ਆਪਾਂ ਕਰ ਰਹੇ ਹਾਂ ਉਹੀ ਫਿਰ ਇਕੱਠੇ ਹੋ ਕੇ ਸੰਚਿਤ ਬਣ ਜਾਂਦੇ। ਉਹ ਸੰਚਿਤ ਬਣ ਕੇ ਫਿਰ ਉਹਦਾ ਫਲ, ਇੱਦਾਂ ਜਿਹੜਾ ਸਰਕਲ ਉਹ ਚੱਲਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਪਰਮੇਸ਼ਰ ਨੂੰ ਆਪਾਂ ਭਾ ਗਏ, ਫਿਰ ਜਿਹੜਾ ਖਾਤਾ ਉਹ ਸਾਫ਼ ਹੋ ਜਾਂਦਾ, ਫਿਰ ਸਾਰੇ ਕਰਮ ਧਰਮ ਮਿਟ ਜਾਂਦੇ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਕਰਮ ਜਿਹੜੇ ਆ ਉਹ ਕੱਟੇ ਜਾਂਦੇ। ਅਤੇ ਫਿਰ ਸਤਿਗੁਰੂ ਜੀ ਕਹਿੰਦੇ ਕਰਮ ਮਣੀ ਸਭ ਸੱਚ। ਫਿਰ ਸਭ ਤੋਂ ਸ਼੍ਰੋਮਣੀ ਕਰਮ ਕੀ ਹੈ ਕਿ ਪਰਮੇਸ਼ਰ ਦਾ ਸੱਚਾ ਨਾਮ ਅੰਦਰ ਵਸ ਜਾਣਾ, ਉਹ ਕਰਮ। ਨਾਮ ਸ਼੍ਰੋਮਣ ਜਗਤ ਮੈਂ ਭਗਤ ਰਹੇ ਲਿਵ ਧਾਰ। ਜਿਹੜਾ ਸ਼੍ਰੋਮਣੀ ਨਾਮ ਹੈ ਪਰਮੇਸ਼ਰ ਦਾ, ਉਹ ਹਿਰਦੇ 'ਚ ਵਸਾਉਣ ਵਾਲਾ ਜਿਹੜਾ ਕਰਮ ਹੈ ਉਹ ਸਾਡਾ ਬਣ ਜਾਂਦਾ ਹੈ। ਮਹੱਲਾ ਚੌਥਾ। ਸੂਰਠ ਤਾਮ ਸੁਹਾਵਣੀ, ਜਾ ਹਰ ਨਾਮ ਢੰਡੋਲੇ। ਅੱਗੇ ਮਹੱਲਾ ਚੌਥਾ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਸੋਰਠ ਤਾਮ ਸੁਹਾਵਣੀ। ਇਹ ਸੋਰਠ ਦਾ ਰਾਗ ਜਿਹੜਾ, ਰਾਗਣੀ ਜਿਹੜੀ ਹੈ, ਇਹ ਤਾਂ ਸੋਭਨੀਕ ਬਣ ਜਾਂਦੀ ਹੈ, ਇਹ ਸੁੰਦਰ ਬਣ ਜਾਂਦੀ ਹੈ। ਜਾ ਹਰ ਨਾਮ ਢੰਡੋਲੇ, ਜਦੋਂ ਇਸ ਨੂੰ ਗਾਇਨ ਕਰਨ ਵਾਲਾ, ਇਸ ਨੂੰ ਰਾਗ ਦੇ ਅੰਦਰ ਅਲਾਪਣ ਵਾਲਾ ਹਰੀ ਪਰਮੇਸ਼ਰ ਦੇ ਨਾਮ ਦੀ ਖੋਜ ਕਰਦਾ, ਜਦੋਂ ਉਹ ਨਾਮ ਦੀ ਢੰਡੋਲ ਕਹੀਏ ਭਾਲ ਕਰਦਾ, ਜਦੋਂ ਉਹਦਾ ਮਨ ਪਰਮੇਸ਼ਰ ਦੇ ਨਾਮ ਵਾਲੇ ਪਾਸੇ ਵੀ ਜੁੜਿਆ ਹੁੰਦਾ, ਆਪਣੇ ਆਤਮਾ ਅਤੇ ਪਰਮਾਤਮਾ ਦੀ ਖੋਜ ਦੇ ਵਿੱਚ ਜਿਹੜਾ ਲੱਗਿਆ ਹੁੰਦਾ, ਉਹਦੇ ਹਿਰਦੇ ਦੇ ਵਿੱਚੋਂ ਜਦੋਂ ਇਹ ਰਾਗ ਦਾ ਅਲਾਪ ਹੁੰਦਾ, ਇਹ ਸੰਗੀਤ ਜਦੋਂ ਪੈਦਾ ਹੁੰਦਾ, ਫਿਰ ਸਤਿਗੁਰੂ ਜੀ ਕਹਿੰਦੇ ਸੁੰਦਰ ਅਤੇ ਸੋਭਨੀਕ ਬਣ ਜਾਂਦਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਵੀ ਸਤਿਗੁਰੂ ਜੀ ਜਾਂਦੇ ਰਹੇ, ਭਾਈ ਮਰਦਾਨਾ ਜੀ ਨਾਲ ਤੇ ਕੀਰਤਨ ਕਰਦੇ ਰਹੇ। ਸਤਿਗੁਰੂ ਜੀ ਜਾ ਕੇ ਸ਼ਬਦ ਆਰੰਭ ਕਰ ਦਿੰਦੇ, ਕੀਰਤਨ ਕਰਨ ਲੱਗ ਜਾਂਦੇ। ਐਸਾ ਸੰਗੀਤ ਸਤਿਗੁਰਾਂ ਜੀ ਆਪਣੀ ਰਚਨਾ ਤੋਂ ਨਿਕਲਦਾ, ਜਿਹੜੇ ਪਸ਼ੂ ਪੰਛੀ ਪਰਿੰਦੇ ਸਭ ਜਿਹੜੇ ਆ ਉਹ ਮੁਗਧ ਹੋ ਜਾਂਦੇ। ਐਸਾ ਕੀਰਤਨ ਸਤਿਗੁਰੂ ਜੀ ਕਰਦੇ। ਫਿਰ ਇਸੇ ਪ੍ਰਕਾਰ ਪੰਜਵੇਂ ਪਾਤਸ਼ਾਹ ਮਹਾਰਾਜ ਕੀਰਤਨ ਕਰਦੇ ਰਹੇ। ਇਸੇ ਪ੍ਰਕਾਰ ਹੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਿਸ ਸਮੇਂ ਜੰਗ ਯੁੱਧ ਚੱਲ ਰਿਹਾ ਸੀ, ਜਿਸ ਸਮੇਂ ਲੱਖਾਂ ਫੌਜਾਂ ਪਿੱਛੇ ਸਨ,
जिस समय सरसा का कंढा सी उत्थे भी सतगुरां ने आसा दी वार का कीर्तन किया, क्योंकि कीर्तन रूह की खुराक है। खुराक जिहड़ी है वो छड्डी नहीं जा सकती। इसे प्रकार ही सतगुरु जी कहते जिहड़ा हरि परमेश्वर के नाम की खोज वाला ਉਹ ਜਦੋਂ ਹਿਰਦਾ ਇਸ ਪਾਵਨ ਰਾਗ ਨੂੰ ਗਾਇਨ ਕਰਦਾ ਤੇ ਉਹ ਸੋਭਨੀਕ ਸੁੰਦਰ ਬਣ ਜਾਂਦਾ ਹੈ। ਗੁਰਪੁਰਖ ਮਨਾਵੈ ਆਪਣਾ, ਗੁਰਮਤੀ ਹਰ ਹਰ ਬੋਲੇ। ਸਤਿਗੁਰੂ ਜੀ ਕਹਿੰਦੇ ਫਿਰ ਜਿਹੜਾ ਆਪਣੇ ਗੁਰੂ ਨੂੰ, ਪੁਰਖ ਜੋ ਵਿਆਪਕ ਸਰੂਪ ਹੈ, ਜੋ ਸਾਰੀਆਂ ਸ਼ਕਤੀਆਂ ਕਰਕੇ ਪੂਰਨ ਹਨ ਗੁਰੂ ਸਾਹਿਬਾਨ, ਉਹਨਾਂ ਨੂੰ ਮਨਾਵੈ। ਮਨਾਵੈ ਤੋਂ ਭਾਵ ਕਿ ਉਹਨਾਂ ਦੀ ਪੂਜਾ ਕਰਦਾ, ਉਹਨਾਂ ਦੀ ਖੁਸ਼ੀ ਲੈਣ ਵਾਸਤੇ ਕਰਮ ਧਰਮ ਕਰਦਾ। ਤੇ ਆਪਣਾ ਫਿਰ ਗੁਰੂ ਸਾਹਿਬਾਨ ਜਿਹੜੇ ਆਪਣੇ ਗੁਰਮਤੀ ਹਰ ਹਰ ਬੋਲੇ, ਫਿਰ ਗੁਰੂ ਕੀ ਮੱਤ ਦੇ ਵਿੱਚ ਰਹਿ ਕੇ ਉਹ ਹਰੀ ਪਰਮੇਸ਼ਰ ਦੇ ਨਾਮ ਨੂੰ ਬੋਲਦਾ। ਇੱਕ ਹੈ ਆਪਣੀ ਮੱਤ ਅਨੁਸਾਰ ਬੋਲੀ ਜਾਣਾ, ਇੱਕ ਹੈ ਗੁਰੂ ਦੀ ਮੱਤ ਅਨੁਸਾਰ ਬੋਲਣਾ। जो गुरु की मत है, गुरमत है, ਉਹਦੇ ਅਨੁਸਾਰ ਕੁਝ ਨਾ ਕੁਝ ਕਹਿਣਾ, ਕੁਝ ਬੋਲਣਾ, ਉਹ ਹੈ ਹਰੀ ਪਰਮੇਸ਼ਰ ਦਾ ਨਾਮ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਗੁਰਪੁਰਖ ਮਨਾਵੈ ਆਪਣਾ। ਆਪਣੀ ਰਸਨਾ ਤੋਂ ਸਾਨੂੰ ਉਹੀ ਗੁਰਮਤ ਅਨੁਸਾਰ ਉਚਾਰਨ ਕਰਨਾ ਚਾਹੀਦਾ, ਬੋਲਣਾ ਚਾਹੀਦਾ, ਜਿਹਦੇ ਦੁਆਰਾ ਗੁਰੂ ਮੰਨ ਜਾਏ, ਜਿਹਦੇ ਦੁਆਰਾ ਗੁਰੂ ਸਾਹਿਬਾਨ ਸਾਡੇ ਤੇ ਪ੍ਰਸੰਨ ਤੇ ਖੁਸ਼ ਹੋ ਜਾਣ। ਐਸੇ ਲਫ਼ਜ਼ ਉਹ ਹੈ ਪਰਮੇਸ਼ਰ ਦਾ ਨਾਮ ਤੇ ਬਾਣੀ, ਬਾਣੀ ਦੇ ਵਿਚਾਰ, ਗੁਰੂ ਦਾ ਜਸ, ਅਕਾਲ ਪੁਰਖ ਦੀ ਵਡਿਆਈ। ਇਹ ਜਦੋਂ ਆਪਾਂ ਆਪਣੀ ਜ਼ਬਾਨ ਤੋਂ, ਰਸਨਾ ਤੋਂ ਬੋਲਦੇ ਹਾਂ, ਕਰਦੇ ਹਾਂ, ਫਿਰ ਸਤਿਗੁਰੂ ਸਾਹਿਬਾਨ ਜੀ ਦੀ ਖੁਸ਼ੀ ਉਹ ਪ੍ਰਾਪਤ ਹੁੰਦੀ ਹੈ। ਹਰ ਪ੍ਰੇਮ ਕਸਾਈ ਦਿਨਸ ਰਾਤ, ਹਰ ਰੱਤੀ ਹਰ ਰੰਗ ਚੋਲੇ। ਸਤਿਗੁਰੂ ਜੀ ਕਹਿੰਦੇ ਫਿਰ ਉਹ ਦਿਨੇ ਰਾਤ ਹਰੀ ਪਰਮਾਤਮਾ ਦੇ ਪ੍ਰੇਮ ਦੀ ਕਸਾਈ ਕਹੀਏ, ਕਸਾਂ ਤੋਂ ਭਾਵ ਹੈ ਖਿੱਚਾਂ ਪੈਣੀਆਂ। ਜਿਵੇਂ ਕਿਸੇ ਚੀਜ਼ ਨੂੰ ਆਪਾਂ ਕੱਸਦੇ ਹਾਂ, ਰੱਸੀ ਨੂੰ ਕੱਸਦੇ ਹਾਂ ਤੇ ਖਿੱਚ ਪੈਂਦੀ ਹੈ। ਇਸੇ ਪ੍ਰਕਾਰ ਹੀ ਜਿਨ੍ਹਾਂ ਦੀਆਂ ਖਿੱਚਾਂ, ਜਿਨ੍ਹਾਂ ਦੀਆਂ ਤਾਰਾਂ ਜਿਹੜੀਆਂ ਉਹ ਹਰੀ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਕੱਸੀਆਂ ਗਈਆਂ, ਖਿੱਚੀਆਂ ਗਈਆਂ, ਦਿਨ ਸਰਾਤ, ਦਿਨੇ ਰਾਤ ਜਿਨ੍ਹਾਂ ਦੇ ਦਿਲ ਦੀ ਤਾਰ ਜਿਹੜੀ ਆ ਉਹ ਹਰੀ ਪਰਮਾਤਮਾ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਭਿੱਜ ਕੇ, ਨਾਮ ਦੇ ਵਿੱਚ ਭਿੱਜ ਕੇ ਵੱਜਦੀ ਹੈ। ਸਤਿਗੁਰੂ ਜੀ ਕਹਿੰਦੇ ਹਰ ਰੱਤੀ ਹਰ ਰੰਗ ਚੋਲੇ। ਉਹਨਾਂ ਦੀ ਜਿਹੜੀ ਬੁੱਧੀ ਰੂਪੀ ਚੋਲੀ ਹੈ ਉਹ ਹਰੀ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰੰਗੀ ਜਾਂਦੀ ਹੈ। ਉਹਦੇ 'ਤੇ ਐਸਾ ਨਾਮ ਦਾ ਰੰਗ ਚੜ੍ਹ ਜਾਂਦਾ ਹੈ ਜਿਹਦੇ ਅੰਦਰ ਅੱਠੇ ਪਹਿਰ ਹੀ ਪਰਮੇਸ਼ਰ ਦੇ ਜਸ ਦੀਆਂ, ਉਹਦੀ ਯਾਦ ਦੀਆਂ ਖਿੱਚਾਂ ਜਿਹੜੀਆਂ ਬਣੀਆਂ ਰਹਿੰਦੀਆਂ ਹਨ। ਹਰ ਜੈਸਾ ਪੁਰਖ ਨ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਸਤਿਗੁਰੂ ਜੀ ਕਹਿੰਦੇ ਹਰੀ ਪਰਮਾਤਮਾ ਜੈਸਾ ਪੁਰਖ ਵਿਆਪਕ ਸਰੂਪ, ਸਭ ਤਰ੍ਹਾਂ ਕਰਕੇ ਜੋ ਸਮਰੱਥ ਹੈ। ਪੁਰਖ ਦਾ ਲੱਛਣ ਕੀਤਾ ਵਿਦਵਾਨਾਂ ਨੇ ਪੁਰੀ ਪੁਰੀ ਬਸੰਤਾ ਸਾ ਪੁਰਖਾ। ਜਿੰਨੀਆਂ ਇਹ ਦੇਹਾਂ ਰੂਪੀ ਪੁਰੀਆਂ ਹਨ, ਚਾਰ ਖਾਣੀਆਂ ਦੁਆਰਾ ਸਰੀਰ ਹਨ, ਸਭ ਪੁਰੀਆਂ ਦੇ ਅੰਦਰ ਜਿਹੜਾ ਵਸਿਆ ਹੋਇਆ ਉਹ ਹੈ ਪੁਰਖ, ਉਹ ਹੈ ਵਿਆਪਕ ਸਰੂਪ ਪਰਮੇਸ਼ਰ। ਸਤਿਗੁਰੂ ਜੀ ਕਹਿੰਦੇ ਉਹਦੇ ਵਰਗਾ ਹੋਰ ਦੂਸਰਾ ਨਹੀਂ ਸਾਨੂੰ ਲੱਭਦਾ। ਸਭ ਦੇਖਿਆ ਜਗਤ ਮੈਂ ਟੋਲੇ। ਇਸ ਜਗਤ ਦੇ ਅੰਦਰ ਬੜੀ ਅਸੀਂ ਭਾਲ ਕੀਤੀ, ਖੋਜ ਕੀਤੀ, ਜੇ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਉਹ ਪਰਮੇਸ਼ਰ ਵਰਗਾ ਨਹੀਂ ਲੱਭਦਾ। ਪਰਮਾਤਮਾ ਵਰਗਾ ਇਸ ਸੰਸਾਰ ਦੇ ਅੰਦਰ ਲੱਭਦਾ ਹੀ ਕੋਈ ਨਹੀਂ, ਕਿਉਂਕਿ ਉਹਦੇ ਤੋਂ ਬਿਨਾਂ ਹੈ ਹੀ ਕੁਝ ਨਹੀਂ। ਉਹ ਪਰਮੇਸ਼ਰ ਤੋਂ ਬਿਨਾਂ ਤੇ ਕੋਈ ਵੀ ਚੀਜ਼ ਜਿਹੜੀ ਹੈ, ਕੋਈ ਵੀ ਵਸਤੂ, ਕੋਈ ਵੀ ਥਾਂ, ਕੋਈ ਵੀ ਜਗ੍ਹਾ ਉਹਦੇ ਤੋਂ ਬਿਨਾਂ ਤੇ ਹੈ ਹੀ ਨਹੀਂ। ਜਿਸ ਨੂੰ ਵੀ ਵੇਖਾਂਗੇ ਉਹਦੇ ਵਿੱਚ ਉਹ ਦਿਸੇਗਾ। ਜਿਸ ਵੀ ਆਕਾਰ ਨੂੰ ਵੇਖਾਂਗੇ ਆਕਾਰ ਦੇ ਵਿੱਚ ਉਹ ਨਿਰੰਕਾਰ ਬੈਠਾ ਹੈ। ਜਿਸ ਵੀ ਰੰਗ ਨੂੰ ਦੇਖਾਂਗੇ ਉਸ ਰੰਗ ਦੇ ਵਿੱਚ ਵੀ ਉਹ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਭ ਥਾਵਾਂ 'ਤੇ ਹੀ ਉਹ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਉਹ ਦਿਸਦਾ ਹੈ ਤੇ ਉਹਦੇ ਵਰਗਾ ਹੋਰ ਫਿਰ ਕੋਈ ਦੂਸਰਾ ਜਿਹੜਾ ਉਹ ਲੱਭਦਾ ਨਹੀਂ ਹੈ। ਗੁਰ ਸਤਿਗੁਰ ਨਾਮ ਦ੍ਰਿੜਾਇਆ,
ਮਨ ਅਨੰਤ ਨਾ ਕਾਹੂ ਡੋਲੇ। ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਨੇ ਆਪਣਾ ਨਾਮ ਦ੍ਰਿੜ ਕਰਵਾ ਦਿੱਤਾ, ਜਦੋਂ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਮ ਨੂੰ ਪੱਕਿਆਂ ਕਰਾ ਦਿੱਤਾ, ਦ੍ਰਿੜ ਕਰਾਇਆ ਜਾਂਦਾ ਨਾਮ। ਜਦੋਂ ਆਪਾਂ ਅੰਮ੍ਰਿਤ ਪਾਨ ਕਰਦੇ ਹਾਂ ਤੇ ਪੰਜ ਪਿਆਰੇ ਸਾਹਿਬਾਨ ਨਾਮ ਨੂੰ ਦ੍ਰਿੜ ਕਰਵਾਉਂਦੇ ਆ। 5 ਵਾਰੀ ਮੂਲ ਮੰਤਰ, 5 ਵਾਰੀ ਗੁਰ ਮੰਤਰ ਜਪਾਇਆ ਜਾਂਦਾ, ਉਹ ਦ੍ਰਿੜ ਕਰਾਇਆ ਜਾਂਦਾ ਕਿ ਇਹਦਾ ਅਭਿਆਸ ਕਰਨਾ ਹੈ। ਇਹਦਾ ਫਿਰ ਉੱਠਦਿਆਂ ਬਹਿੰਦਿਆਂ ਆਪਣੇ ਜੀਵਨ ਦੇ ਅੰਦਰ ਅਭਿਆਸ ਨਹੀਂ ਛੱਡਣਾ, ਇਹਨੂੰ ਕਰਦਿਆਂ ਰਹਿਣਾ ਹੈ। ਇਹ ਜਿਹੜਾ ਨਾਮ ਜਦੋਂ ਦ੍ਰਿੜ ਹੋ ਗਿਆ, ਪੱਕਿਆ ਹੋ ਗਿਆ, ਮਨ ਅਨੰਤ ਨਾ ਕਾਹੂ ਡੋਲੇ। ਫਿਰ ਮਨ ਜਿਹੜਾ ਉਹ ਕਦੇ ਡੋਲਦਾ ਨਹੀਂ। ਅਤੇ ਜਿਹਦੇ ਹਿਰਦੇ ਦੇ ਮਨ ਦੇ ਅੰਦਰ ਇਸ ਨਾਮ ਨੂੰ ਦ੍ਰਿੜ ਨਹੀਂ ਕੀਤਾ, ਨਹੀਂ ਜਪਦਾ, ਉਹਦਾ ਮਨ ਫਿਰ ਡੋਲਦਾ। ਉਹਦਾ ਮਨ ਜਿਹੜਾ ਕਿਸੇ ਦੇ ਰੂਪ ਦੇ ਉੱਤੇ, ਕਿਸੇ ਦੇ ਧਨ ਦੇ ਉੱਤੇ, ਕਿਸੇ ਦੀ ਮਾਇਆ ਦੇ ਉੱਤੇ, ਕਿਸੇ ਦੇ ਪਦਾਰਥਾਂ ਦੇ ਉੱਤੇ ਮਨ ਜਿਹੜਾ ਡੋਲ ਜਾਂਦਾ, ਮਨ ਜਿਹੜਾ ਉਹ ਅੰਦਰੋਂ ਅੰਦਰੀ ਫੁਰਨਾ ਕਰ ਬਹਿੰਦਾ, ਉਹਨੂੰ ਰੋਕਣ ਵਾਸਤੇ, ਉਸ ਡਾਵਾਂ ਡੋਲ ਨੂੰ ਖਤਮ ਕਰਨ ਵਾਸਤੇ ਸਤਿਗੁਰੂ ਜੀ ਕਹਿੰਦੇ ਨਾਮ ਨੂੰ ਦ੍ਰਿੜ ਕਰ। ਆਪਣੇ ਜੀਵਨ ਦੇ ਅੰਦਰ ਨਾਮ ਦਾ ਐਸਾ ਅਭਿਆਸ ਬਣਾ, ਜਦੋਂ ਵੀ ਮਨ ਡੋਲੇ ਤੇ ਨਾਮ ਦਾ ਆਸਰਾ। ਜਿਵੇਂ ਸਤਿਗੁਰੂ ਜੀ ਬਚਨ ਕਰਦੇ ਹਨ, ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨਹਿ ਅਸਥੰਮਣ। ਜਿਵੇਂ ਕੋਈ ਮਕਾਨ ਦੀ ਛੱਤ ਹੁੰਦੀ ਹੈ, ਉਹਨੂੰ ਟਿਕਾਉਣ ਵਾਸਤੇ ਥੰਮੀਆਂ ਦਿੱਤੀਆਂ ਜਾਂਦੀਆਂ, ਉਹਦੇ ਥੱਲੇ ਥੰਮਲੇ ਲਾਏ ਜਾਂਦੇ। ਇਸੇ ਪ੍ਰਕਾਰ ਹੀ ਜਦੋਂ ਵੀ ਮਨ ਡੋਲਦਾ, ਜਦੋਂ ਵੀ ਮਨ ਜਿਹੜਾ ਔਗਣਾ ਵਾਲੇ ਪਾਸੇ ਨੂੰ ਭੱਜਦਾ, ਅਤੇ ਉਸ ਸਮੇਂ ਇੱਕੋ ਹੀ ਸਾਧਨ ਹੈ ਗੁਰ ਮੰਤਰ, ਮੂਲ ਮੰਤਰ। ਸਤਿਗੁਰਾਂ ਦੀ ਪਾਵਨ ਬਾਣੀ ਦੇ ਕਿਸੇ ਸ਼ਬਦ ਦਾ ਜਾਪ, ਕਿਸੇ ਪੰਕਤੀ ਦਾ ਜਾਪ, ਵਾਹਿਗੁਰੂ ਮੰਤਰ ਜਪਣ ਲੱਗ ਜਾਣਾ, ਮੂਲ ਮੰਤਰ ਹੀ ਜਪਣ ਲੱਗ ਜਾਣਾ। ਇਹਦੇ ਦੁਆਰਾ ਸਤਿਗੁਰੂ ਜੀ ਕਹਿੰਦੇ ਸਾਡਾ ਜਿਹੜਾ ਮਨ ਹੈ ਉਹ ਡੋਲਦਾ ਨਹੀਂ ਹੈ। ਮਨ ਦੀ ਇਕਾਗਰਤਾ ਜਿਹੜੀ ਹੈ, ਉਹ ਵਿਕਾਰ ਜਿਹੜਾ ਸ਼ਾਂਤ ਹੋ ਜਾਂਦਾ ਹੈ। ਜਨ ਨਾਨਕ ਹਰਿ ਕਾ ਦਾਸ ਹੈ, ਗੁਰ ਸਤਿਗੁਰ ਕੇ ਗੋਲ ਗੋਲੇ। ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਹਨ ਕਿ ਅਸੀਂ ਹਰੀ ਕੇ ਦਾਸ ਹਾਂ, ਜਨ ਨਾਨਕ ਹਰਿ ਕਾ ਦਾਸ ਹੈ। ਸਤਿਗੁਰੂ ਜੀ ਨਿਮਰਤਾ ਰੂਪ ਦੇ ਅੰਦਰ ਇਹ ਬਚਨ ਕਰਦੇ ਹਨ ਕਿ ਹਰੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੋ ਹੈ ਉਹਦੇ ਅਸੀਂ ਦਾਸ ਹਾਂ। ਗੁਰ ਸਤਿਗੁਰ ਕੇ ਗੋਲ ਗੋਲੇ। ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਐਸੇ ਸਤਿਗੁਰਾਂ ਦੇ ਅਸੀਂ ਗੋਲੇ ਤੋਂ ਭਾਵ ਕਹੀਏ ਸੇਵਕ ਹਾਂ। ਜਿਵੇਂ ਗੋਲਾ ਜਿਹੜਾ ਹੁੰਦਾ ਉਹ ਮੁੱਲ ਖਰੀਦਿਆ ਹੁੰਦਾ, ਅਤੇ ਉਹਦਾ ਆਪਣਾ ਕੋਈ ਵੀ ਮਨ ਦੀ ਮਰਜ਼ੀ ਜਿਹੜੀ ਉਹ ਨਹੀਂ ਹੁੰਦੀ। ਜਦੋਂ ਖਰੀਦ ਲਿਆ ਫਿਰ ਉਹਦਾ ਮਨ ਜਿਹੜਾ, ਉਹਦੀ ਫੁਰਨੇ, ਉਹਦੀਆਂ ਇੱਛਾਵਾਂ ਉਹ ਨਹੀਂ ਹੁੰਦੀਆਂ, ਫਿਰ ਉਹ ਮਾਲਕ ਦੀ ਮਰਜ਼ੀ ਅਨੁਸਾਰ ਚੱਲਦਾ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਅਸੀਂ ਸਤਿਗੁਰੂ ਦੇ ਗੋਲੇ ਹਾਂ। ਅਸੀਂ ਉਸ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਪਰਮੇਸ਼ਰ ਦਾ ਸਰੂਪ ਹਨ, ਉਹਨਾਂ ਦੇ ਸੇਵਕ ਹਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਿੱਖਾ ਆਪਣੇ ਜੀਵਨ ਦੇ ਅੰਦਰ ਜੇ ਦਾਸ ਵੀ ਬਣਨਾ ਪਵੇ ਤੇ ਪਰਮੇਸ਼ਰ ਦਾ ਬਣ ਜਾਈ, ਜੇ ਗੋਲਾ ਵੀ ਬਣਨਾ ਪੈ ਜਾਏ ਤੇ ਗੁਰੂ ਘਰ ਦਾ ਬਣ ਜਾਈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੋਲਾ ਤੇ ਦਾਸ ਬਣ ਜਾਈ, ਸੇਵਕ ਬਣ ਜਾਈ, ਤੇਰਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਏਗਾ। ਜੇ ਇਸ ਦਰ ਨੂੰ ਛੱਡ ਕੇ ਹੋਰ ਦਾ ਗੋਲਾ ਜਾਂ ਸੇਵਕ ਬਣ ਗਿਆ, ਫਿਰ ਸਤਿਗੁਰੂ ਜੀ ਕਹਿੰਦੇ ਜੀਵਨ ਦੇ ਅੰਦਰ ਮਨ ਦੀ ਸੁੱਖ, ਜੰਮਣ ਤੇ ਮਰਨ ਦਾ ਦੁੱਖ, ਇਹ ਜਿਹੜੇ ਆ ਖਤਮ ਨਹੀਂ ਹੁੰਦੇ। ਇਸ ਕਰਕੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਹਨ, ਲੋਕ ਪਰਲੋਕ ਦੀ ਸਫਲਤਾ ਵਾਸਤੇ ਸਤਿਗੁਰਾਂ ਦੇ ਪਰਮੇਸ਼ਰ ਦੇ ਦਾਸ ਤੇ ਸੇਵਕ ਬਣ ਕੇ ਪਰਮੇਸ਼ਰ ਦਾ ਨਾਮ ਤੇ ਭਜਨ ਕਰਨਾ ਕਰ। ਪੌੜੀ ਤੂੰ ਆਪੇ ਸਿਸ਼ਟ ਕਰਤਾ, ਸਿਰਜਣ ਹਾਰਿਆ। ਅੱਗੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਸਰੂ ਪੌੜੀ ਉਚਾਰਨ ਕਰਦੇ ਹਨ, ਬਚਨ ਕਰਦੇ ਹਨ ਕਿ ਹੇ ਪਰਮੇਸ਼ਰ ਵਾਹਿਗੁਰੂ, ਜਿੰਨੀ ਇਹ ਸ੍ਰਿਸ਼ਟੀ ਹੈ ਇਹਦਾ ਤੂੰ ਆਪ ਹੀ ਕਰਤਾ ਹੈ, ਸਿਰਜਣ ਹਾਰਿਆ। ਇਸ ਨੂੰ ਸਿਰਜਣ ਵਾਲਾ, ਬਣਾਉਣ ਵਾਲਾ, ਸਥਾਪਿਤ ਕਰਨ ਵਾਲਾ ਤੂੰ ਹੈ। ਸ੍ਰਿਸ਼ਟੀ ਦੀ ਰਚਨਾ ਬਾਬਤ
ਵੱਖੋ ਵੱਖ ਧਰਮਾਂ ਦੇ ਅਨੁਸਾਰ, ਗ੍ਰੰਥਾਂ ਦੇ ਅਨੁਸਾਰ ਆਪੋ ਆਪਣੇ ਅੰਦਾਜ਼ੇ ਹਨ। ਕਿਸੇ ਨੇ ਇੱਦਾਂ ਮੰਨਿਆ ਕਿ ਜਿਹੜੀ ਸ੍ਰਿਸ਼ਟੀ ਹੈ ਇਹ ਪਹਿਲਾਂ ਬ੍ਰਹਮਾ ਜੀ ਦੀ ਰਚਨਾ ਹੋਈ, ਫਿਰ ਉਸ ਤੋਂ ਅੱਗੇ ਮਨੂ ਜੀ ਪੈਦਾ ਹੋਏ, ਫਿਰ ਅੱਗੇ ਸ੍ਰਿਸ਼ਟੀ ਰਚੀ ਗਈ। ਇਸੇ ਪ੍ਰਕਾਰ ਹੀ ਕਿਸੇ ਨੇ ਜਿਹੜੀਆਂ ਅਣੂ ਤੇ ਪਰਮਾਣੂ ਹਨ ਇਹਨਾਂ ਤੋਂ ਸ੍ਰਿਸ਼ਟੀ ਦੀ ਰਚਨਾ ਮੰਨੀ। ਸਾਇੰਸ ਜਿਹੜੀ ਹੈ ਉਹ ਇਹ ਦੱਸਦੀ ਹੈ ਕਿ ਕਈ ਕਰੋੜਾਂ ਸਾਲ ਪਹਿਲਾਂ ਕਿ ਇਹ ਸਭ ਕੁਝ ਹੌਲੀ ਹੌਲੀ ਬਣਦਾ ਗਿਆ। ਫਿਰ ਇਸੇ ਤਰ੍ਹਾਂ ਉਹ ਜਿਵੇਂ ਇੱਕ ਸਾਇੰਟਿਸਟ ਹੋਇਆ ਡਾਰਵਿਨ, ਉਹਦੀ ਥਿਊਰੀ ਹੈ, ਉਹਨੇ ਦੱਸਿਆ ਕਿ ਇਨਸਾਨ ਸੀ ਜਿਹੜਾ ਇਹ ਪਹਿਲਾਂ ਹੌਲੀ ਹੌਲੀ ਜਿਹੜੇ ਬਾਂਦਰ ਹਨ ਉਹਨਾਂ ਤੋਂ ਤਬਦੀਲ ਹੁੰਦਾ ਇਨਸਾਨ ਬਣ ਗਿਆ, ਫਿਰ ਸ੍ਰਿਸ਼ਟੀ ਚੱਲ ਪਈ। ਇੱਦਾਂ ਆਪੋ ਆਪਣੇ ਢੰਗ ਤਰੀਕੇ ਦੇ ਨਾਲ ਉਹਨਾਂ ਨੇ ਦਲੀਲਾਂ ਦਿੱਤੀਆਂ। ਪਰ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਐਸਾ ਨਿਰਣਾ ਹੈ। ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਿੱਧਾਂ ਦੇ ਪਾਸ ਗਏ ਤੇ ਸਿੱਧਾਂ ਨੇ ਵੀ ਇਹੀ ਸਵਾਲ ਕੀਤਾ ਕਿ ਤੁਸੀਂ ਦੱਸੋ ਜੀ ਫਿਰ ਸ੍ਰਿਸ਼ਟੀ ਕਿਵੇਂ ਬਣੀ ਹੈ? ਜੇ ਸਭ ਕੁਝ ਹੀ ਪਰਮੇਸ਼ਰ ਕਰਦਾ, ਪਰਮਾਤਮਾ ਕਰਦਾ, ਤੇ ਸ੍ਰਿਸ਼ਟੀ ਕਿਵੇਂ ਬਣ ਗਈ? ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ, ਥਿਤ ਵਾਰ ਨਾ ਜੋਗੀ ਜਾਣੈ। ਕਿ ਜੇ ਤੁਸੀਂ ਕਹਿੰਦੇ ਹੋ ਵੀ ਸ੍ਰਿਸ਼ਟੀ ਬਣੀ ਹੈ ਇਹਨਾਂ ਕਾਰਨਾਂ ਕਰਕੇ ਬਣੀ ਹੈ, ਫਿਰ ਥਿਤ ਤਰੀਕ ਦੱਸੋ ਵੀ ਕਿਹੜੀ ਤਰੀਕ ਨੂੰ ਬਣੀ ਹੈ, ਕਿਸ ਵਾਰ ਨੂੰ ਬਣੀ ਹੈ? ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਸਿੱਧੋ ਨਾਥੋ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ਇਸ ਗੱਲ ਨੂੰ ਉਹ ਪਰਮੇਸ਼ਰ ਹੀ ਜਾਣਦਾ ਕਿ ਉਹਨੇ ਕਿਵੇਂ ਬਣਾਈ ਹੈ, ਕਿਵੇਂ ਉਹਨੇ ਰਚਨਾ ਕੀਤੀ ਹੈ। ਇਸ ਗੱਲ ਨੂੰ, ਇਸ ਭੇਦ ਨੂੰ ਉਹ ਪਰਮੇਸ਼ਰ ਹੀ ਜਾਣ ਸਕਦਾ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ। ਆਪੋ ਆਪਣੇ ਅੰਦਾਜ਼ੇ ਹੈ। ਇਸ ਕਰਕੇ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਹਨ ਕਿ ਤੂੰ ਆਪੇ ਸਿਸ਼ਟ ਕਰਤਾ, ਇਸ ਸ੍ਰਿਸ਼ਟੀ ਦਾ ਕਰਤਾ, ਇਸ ਨੂੰ ਰਚਣ ਵਾਲਾ, ਸਿਰਜਣਹਾਰ, ਇਸ ਦੀ ਸਿਰਜਣਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਤੂੰ ਆਪ ਹੀ ਹੈ। ਤੁਧ ਆਪੇ ਖੇਲ ਰਚਾਏ, ਤੁਧ ਆਪ ਸਵਾਰਿਆ। ਸਤਿਗੁਰੂ ਜੀ ਕਹਿੰਦੇ ਤੂੰ ਆਪ ਹੀ ਇਹ ਖੇਡ ਨੂੰ ਰਚਾ ਕੇ ਤੇ ਆਪ ਹੀ ਸਵਾਰਿਆ, ਇਸ ਨੂੰ ਸੁੰਦਰ ਬਣਾਇਆ ਹੈ। ਕੀਆ ਖੇਲ ਵੱਡ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਇਹ ਵਾਹਿਗੁਰੂ ਪਰਮੇਸ਼ਰ ਸਭ ਤੇਰੀ ਹੀ ਰਚਨਾ, ਤੇਰੀ ਹੀ ਖੇਡ ਤੂੰ ਰਚ ਕੇ ਤੇ ਬਣਾ ਕੇ ਸਵਾਰ ਦਿੱਤੀ ਹੈ। ਦਾਤਾ ਕਰਤਾ ਆਪ ਭੋਗਣ ਹਾਰਿਆ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੂੰ ਦਾਤਾ ਦੇਣ ਵਾਲਾ, ਦਾਤਾ ਵੀ ਆਪ ਹੈ। ਉਹਨਾਂ ਦਾਤਾਂ ਨੂੰ ਫਿਰ ਕਰਤਾ ਕਰਨ ਵਾਲਾ ਵੀ ਆਪ ਹੈ ਤੇ ਉਹਨਾਂ ਦਾਤਾਂ ਨੂੰ ਫਿਰ ਸਿੱਖ ਰੂਪ ਹੋ ਕੇ, ਜੀਵ ਰੂਪ ਹੋ ਕੇ ਭੋਗਣ ਹਾਰਿਆ, ਭੋਗਣ ਵਾਲਾ ਵੀ ਤੂੰ ਹੀ ਹੈ। ਉਸੇ ਦੀ ਸੱਤਾ ਸ਼ਕਤੀ ਹੈ ਤੇ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਭੋਗਦੇ ਹਾਂ। ਮੁਰਦਾ ਬੰਦਾ ਕੁਝ ਨਹੀਂ ਖਾ ਪੀ, ਪਾਣੀ ਨਹੀਂ ਲੰਘਦਾ, ਉਹਦੀ ਸੱਤਾ, ਉਹਦੀ ਸ਼ਕਤੀ ਹੈ ਤੇ ਉਹੀ ਇਹ ਸਾਰੀਆਂ ਚੀਜ਼ਾਂ ਨੂੰ ਭਗਾ ਰਿਹਾ, ਪਦਾਰਥਾਂ ਨੂੰ ਭੋਗ ਰਿਹਾ ਜੀਵ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਤੂੰ ਆਪ ਹੀ ਦਾਤਾਂ ਦੇਣ ਵਾਲਾ, ਉਹਨਾਂ ਦਾਤਾਂ ਨੂੰ ਕਰਨ ਵਾਲਾ, ਫਿਰ ਸਿੱਖ ਰੂਪ ਹੋ ਕੇ, ਜੀਵ ਰੂਪ ਹੋ ਕੇ ਭੋਗਣ ਵਾਲਾ ਵੀ ਆਪ ਹੀ ਹੈ। ਸਭ ਤੇਰਾ ਸ਼ਬਦ ਵਰਤੈ ਉਪਾਵਨ ਹਾਰਿਆ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਸਭ ਥਾਵਾਂ 'ਤੇ ਤੇਰਾ ਹੀ ਸ਼ਬਦ ਉਪਦੇਸ਼ ਜਿਹੜਾ ਉਹ ਵਰਤ ਰਿਹਾ, ਉਪਾਵਨ ਹਾਰਿਆ, ਕਿਉਂਕਿ ਤੂੰ ਪੈਦਾ ਕਰਨ ਵਾਲਾ ਹੈ। ਤੂੰ ਸਾਰੀ ਰਚਨਾ ਨੂੰ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਤੇਰਾ ਹੀ ਸ਼ਬਦ, ਤੇਰਾ ਹੀ ਉਪਦੇਸ਼, ਤੇਰੀ ਹੀ ਧੁਨੀ, ਤੇਰੀ ਹੀ ਆਵਾਜ਼ ਸਭ ਜੀਵਾਂ ਦੇ ਅੰਦਰੋਂ ਆ ਰਹੀ ਹੈ। ਹਉ ਗੁਰਮੁਖ ਸਦਾ ਸਲਾਹੀ, ਗੁਰ ਕੋ ਵਾਰਿਆ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਹਨ, ਹਉ ਗੁਰਮੁਖ ਸਦਾ ਸਲਾਹੀ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਹਨ ਉਹ ਪਰਮੇਸ਼ਰ ਵਾਹਿਗੁਰੂ ਸਦਾ ਸਲਾਹੀ, ਸਦਾ ਤੇਰੀ ਹੀ ਸਿਫਤ ਸਲਾਹ ਕਰਦੇ ਆ। ਗੁਰ ਕੋ ਵਾਰਿਆ, ਫਿਰ ਉਹ ਆਪਣੇ ਗੁਰੂ ਤੋਂ ਵਾਰਿਆ ਕਹੀਏ ਬਲਿਹਾਰ ਤੇ ਕੁਰਬਾਨ ਜਾਂਦੇ ਆ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ। ਉਹ ਸੈਂਕੜੇ ਵਾਰ, ਦਿਨ ਦੇ ਵਿੱਚ ਹਜ਼ਾਰਾਂ ਵਾਰ
ਆਪਣੇ ਗੁਰੂ ਤੋਂ ਬਲਿਹਾਰ ਤੇ ਕੁਰਬਾਨ ਜਾਂਦੇ ਹੈ। ਆਪਣੇ ਗੁਰੂ ਤੋਂ, ਉਹਦੀ ਕਰਨੀ ਤੋਂ, ਉਹਦੇ ਉਪਦੇਸ਼ਾਂ ਤੋਂ ਕੁਰਬਾਨ ਜਾਂਦੇ ਹੈ ਕਿ ਐਸੇ ਸਮਰੱਥ ਗੁਰੂ ਹਨ ਸਾਡੇ, ਐਸੇ ਬਲੀ ਗੁਰੂ ਹਨ ਸਾਡੇ, ਜਿਨ੍ਹਾਂ ਨੇ ਐਡੀਆਂ ਬਖਸ਼ਿਸ਼ਾਂ ਸਾਡੇ ਉੱਤੇ ਕੀਤੀਆਂ, ਐਸੇ ਪਰਉਪਕਾਰ ਸਾਡੇ ਉੱਤੇ ਕੀਤੇ। ਕਲਯੁਗ ਦੇ ਸਮੇਂ ਅੰਦਰ ਸਾਨੂੰ ਐਸਾ ਗੁਰੂ ਦਿੱਤਾ, ਜਿਸ ਗੁਰੂ ਦੇ ਲੜ ਲੱਗ ਕੇ ਲੋਕ ਤੇ ਪਰਲੋਕ ਸਵਰ ਜਾਂਦਾ, ਜਿਸ ਗੁਰੂ ਦੇ ਅੱਗੇ ਆ ਕੇ ਕੋਈ ਕਿਸੇ ਪ੍ਰਕਾਰ ਦਾ ਵਹਿਮ ਭਰਮ ਨਹੀਂ ਰਹਿੰਦਾ, ਜਿਸ ਗੁਰੂ ਦੇ ਲੜ ਲੱਗ ਕੇ ਸਾਡੇ ਜੀਵਨ ਦੇ ਅੰਦਰ ਔਗਣ ਜਿਹੜੇ ਖਤਮ ਹੋ ਜਾਂਦੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗਾ ਗੁਰੂ ਦੁਨੀਆ 'ਤੇ ਨਹੀਂ ਲੱਭ ਸਕਦਾ। ਕਿੱਡਾ ਪਰਉਪਕਾਰ ਸਤਿਗੁਰਾਂ ਨੇ ਸਾਡੇ ਉੱਤੇ ਕੀਤਾ। ਐਸੇ ਗੁਰੂਆਂ ਤੋਂ ਅਸੀਂ ਬਲਿਹਾਰ ਤੇ ਕੁਰਬਾਨ ਜਾਂਦੇ ਹਾਂ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹਜ਼ੂਰ ਸਾਹਿਬ ਦੀ ਧਰਤੀ 'ਤੇ, ਤਾਂ ਉਸ ਸਮੇਂ ਸਿੱਖਾਂ ਨੇ ਬੇਨਤੀ ਕੀਤੀ, ਖਾਲਸੇ ਪੰਥ ਨੇ ਬੇਨਤੀ ਕੀਤੀ ਕਿ ਮਹਾਰਾਜ ਹੁਣ ਤੁਸੀਂ ਗੁਰਤਾ ਗੱਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਿੱਤੀ ਹੈ, ਫਿਰ ਤੁਸੀਂ ਕਹਿੰਦੇ ਹੋ ਵੀ ਇਹ ਪੰਜਾਂ ਤੱਤਾਂ ਦੀ ਖੇਡ ਜਿਹੜੀ ਸਮਾਪਤ ਕਰ ਦੇਣੀ ਹੈ, ਵਿਅਕਤੀਗਤ ਸਰੀਰ ਜਿਹੜੇ ਆ ਹੁਣ ਨਹੀਂ ਰੱਖਣੇ, ਤੇ ਮਹਾਰਾਜ ਫਿਰ ਅਸੀਂ ਦਰਸ਼ਨ ਕਰਿਆ ਕਰਾਂਗੇ। ਕਿਹਦੇ ਦਰਸ਼ਨ ਕਰਾਂਗੇ? ਫਿਰ ਮਹਾਰਾਜ ਅਸੀਂ ਤੁਹਾਡੇ ਨਾਲ ਬਚਨ ਕਰਦੇ ਹਾਂ, ਕੋਈ ਗੱਲਾਂ ਕਰਦੇ ਹਾਂ, ਕੋਈ ਸਵਾਲ ਜਵਾਬ ਹੁੰਦੇ ਹੈ, ਉਹ ਕਿਵੇਂ ਹੋਣਗੇ? ਤਾਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ, ਗੁਰੂ ਦਰਸ ਜੇ ਦੇਖਣਾ। ਸਤਿਗੁਰੂ ਜੀ ਕਹਿੰਦੇ ਜੇ ਗੁਰੂ ਸਾਹਿਬਾਨ ਸਾਡੇ ਸਰੂਪ ਦੇ ਦਰਸ਼ਨ ਕਰਨੇ, ਗੁਰੂ ਦਰਸ ਜੇ ਦੇਖਣਾ ਸ੍ਰੀ ਗੁਰੂ ਗ੍ਰੰਥ ਦਰਸਾਏ, ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੋ। ਬਾਤ ਕਰਨ ਗੁਰਸੋਂ ਚਾਹੈ। ਸਤਿਗੁਰੂ ਜੀ ਕਹਿੰਦੇ ਜੇ ਸਾਡੇ ਨਾਲ ਬਚਨ ਕਰਨੇ ਆ, ਗੱਲਾਂ ਕਰਨੀਆਂ, ਪੜ੍ਹੈ ਗ੍ਰੰਥ ਮਨ ਲਾਏ। ਫਿਰ ਮਨ ਨੂੰ ਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹੋ ਤੇ ਵਿਚਾਰੋ। ਇਹ ਸਾਡੇ ਨਾਲ ਹੀ ਗੱਲਾਂ ਤੇ ਬਾਤਾਂ ਹਨ, ਜੇ ਮਨ ਦੀ ਭਾਵਨਾ ਰੱਖ ਕੇ ਕੀਤੀਆਂ ਜਾਣ, ਜੇ ਮਨ ਦੀ ਸ਼ਰਧਾ ਰੱਖ ਕੇ ਕੀਤੀਆਂ ਜਾਣ। ਇਸੇ ਕਰਕੇ ਆਪਾਂ ਬਚਨ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ ਕਿ ਖੋਜ ਸ਼ਬਦ ਮੈਲੇ। ਸ਼ਬਦ ਦੀ ਖੋਜ ਦੇ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਐਸਾ ਪਰਉਪਕਾਰ ਸਤਿਗੁਰਾਂ ਨੇ ਸਾਡੇ ਉੱਪਰ ਕੀਤਾ ਹੈ। ਐਸੇ ਜੁਗੋ ਜੁਗ ਅਟਲ ਗੁਰੂ ਦੇ ਲੜ ਸਾਨੂੰ ਲਾਇਆ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਜੋ ਇਹ 7 ਦਿਨਾਂ ਦਾ ਪ੍ਰੋਗਰਾਮ ਰੱਖਿਆ ਗਿਆ, ਸਤਿਗੁਰਾਂ ਦੀ ਕਿਰਪਾ ਦੁਆਰਾ ਆਪ ਸੰਗਤਾਂ ਨੇ ਬੜੀ ਇਕਾਗਰਤਾ ਦੇ ਨਾਲ, ਸ਼ਾਂਤੀ ਦੇ ਨਾਲ, ਐਸੇ ਕਲਯੁਗ ਦੇ ਸਮੇਂ ਅੰਦਰ ਐਸੇ ਸਰੋਤੇ ਲੱਭਣੇ ਵੀ ਬੜੇ ਮੁਸ਼ਕਲ ਹੈ। ਜਿੱਦਾਂ ਦਾ ਮਾਹੌਲ ਚੱਲਦਾ, ਗੁਰੂ ਕੀ ਪਾਵਨ ਬਾਣੀ ਦੀ ਨਿਰੋਲ ਕਥਾ ਵਿਚਾਰ ਸੁਣਨ ਵਾਲੇ ਸਰੋਤੇ ਹੈ ਨਹੀਂ। ਪਰ ਆਪ ਸੰਗਤ 'ਤੇ ਐਸੀ ਕਿਰਪਾ, ਜਿਨ੍ਹਾਂ ਨੇ ਇੰਨੇ ਪ੍ਰੇਮ ਦੇ ਨਾਲ, ਇੰਨੀ ਇਕਾਗਰਤਾ ਦੇ ਨਾਲ ਗੁਰੂ ਕੇ ਸ਼ਬਦ ਦੀ ਕਥਾ ਵਿਚਾਰ ਸੁਣੀ ਹੈ। ਇੱਥੋਂ ਸਿੱਧ ਹੁੰਦਾ ਕਿ ਤੁਹਾਡਾ ਸ਼ਬਦ ਦੇ ਨਾਲ ਪ੍ਰੇਮ ਕਿੰਨਾ ਹੈ, ਪ੍ਰੀਤੀ ਕਿੰਨੀ ਹੈ। ਇਸੇ ਪ੍ਰਕਾਰ ਹੀ ਆਪ ਸੰਗਤਾਂ ਦਾ ਧੰਨਵਾਦ। ਬਹੁਤ ਹੀ ਸਤਿਕਾਰਯੋਗ ਰਾਗੀ ਸਾਹਿਬਾਨ ਭਾਈ ਸਾਹਿਬ ਭਾਈ ਨਛੱਤਰ ਸਿੰਘ ਜੀ, ਜਿਨ੍ਹਾਂ 'ਤੇ ਬੜੀ ਕਿਰਪਾ ਹੈ ਸਤਿਗੁਰਾਂ ਦੀ, ਕੀਰਤਨ ਦੁਆਰਾ, ਕਥਾ ਵਿਚਾਰਾਂ ਦੁਆਰਾ। ਉਹਨਾਂ ਦੀ ਵੀ ਲੜੀਵਾਰ ਕਥਾ ਇੱਥੇ ਚੱਲ ਰਹੀ ਹੈ। ਇਹ ਦਾਸ ਦਾ ਸਮਾਂ ਸਮਾਪਤ ਹੋਇਆ, ਕਥਾ ਦੀ ਸਮਾਪਤੀ ਨਹੀਂ ਹੋਈ। ਜਿਵੇਂ ਸੰਤ ਗਿਆਨੀ ਮਸਕੀਨ ਸਿੰਘ ਜੀ, ਉਹ ਆਪਣੇ ਜੀਵਨ ਦੇ ਅੰਦਰ ਇਹ ਗੱਲ ਕਹਿੰਦੇ ਸਨ ਕਿ ਮੇਰਾ ਸਮਾਂ ਸਮਾਪਤ ਹੋਇਆ, ਕਥਾ ਸਮਾਪਤ ਨਹੀਂ ਹੋਈ, ਗੁਰੂ ਕੀਆਂ ਬਾਤਾਂ ਸਮਾਪਤ ਨਹੀਂ ਹੋਈਆਂ, ਪਾਵਨ ਬਾਣੀ ਦੀ ਵਿਚਾਰ ਸਮਾਪਤ ਨਹੀਂ ਹੋਈ। ਸੋ ਆਪ ਸੰਗਤਾਂ ਨੇ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਹਰ ਰੋਜ਼ ਆਪ ਜੀ ਨੂੰ ਪਾਵਨ ਬਾਣੀ ਦੀ ਸ਼ਬਦ ਦੀ ਵਿਚਾਰ ਦੇ ਨਾਲ ਭਾਈ ਸਾਹਿਬ ਜੋੜਦੇ ਹਨ। ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਸਤਿਗੁਰੂ ਜੀ ਕਿਰਪਾ ਕਰਨ। ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਹਨ, ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ, ਜਿੰਨੇ ਵੀ ਸੱਜਣ ਹਨ, ਸਾਰਿਆਂ ਦਾ ਹੀ ਧੰਨਵਾਦ, ਕੋਟਨ ਕੋਟ ਧੰਨਵਾਦ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ
ਜਿਨ੍ਹਾਂ ਦੀ ਅਪਾਰ ਕਿਰਪਾ ਦੁਆਰਾ ਆਪਾਂ ਰਲ ਮਿਲ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਇੱਥੇ ਹੀ ਜੋ ਆਪਾਂ ਸ਼ਬਦ ਦੀ ਵਿਚਾਰ ਪ੍ਰਾਰੰਭ ਕੀਤੀ ਸੀ ਉਸ ਦੀ ਸੰਪੂਰਨਤਾ ਹੋਈ ਹੈ। ਅੱਗੇ ਸਤਿਗੁਰੂ ਜੀ ਜਿਸ ਸਮਾਂ ਵੀ ਜਿਸ ਪ੍ਰਕਾਰ ਵੀ ਸਮਾਂ ਬਣਾਉਣਗੇ ਫਿਰ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਵੇ। ਸਤਿਗੁਰੂ ਜੀ ਕਿਰਪਾ ਕਰਨ। ਹਾਜ਼ਰੀਆਂ ਭਰਦਿਆਂ ਤੋਂ ਦਾਸ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਤੇ ਸਿਧਾਂਤ ਆਪਾਂ ਸਾਰਿਆਂ ਨੇ ਹਿਰਦਿਆਂ 'ਚ ਵਸਾਉਣਾ ਹੈ, ਜਿਸ ਕਰਕੇ ਆਪਾਂ ਲੋਕ ਤੇ ਪ੍ਰਲੋਕ ਦੇ ਅੰਦਰ ਸੁਹੇਲੇ ਹੋ ਸਕੀਏ। ਸੋ ਹੁਣ ਇੱਥੇ ਹੀ ਦਾਸ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦਾ ਹੈ। ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਦਾਤਾ ਕਰਤਾ ਆਪ, ਆਪ ਭੋਗਣ ਹਾਰਿਆ, ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ। ਹਉ ਗੁਰਮੁਖ ਸਦਾ ਸਲਾਹੀ।